पग पंकज बंदन, पग पंकज बंदन। सिमरो अंगद दोख निकंदन, अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हरगोबिंद शोभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह बेसाला, तरों तरा पर पुन पुन सीसा, पुन पुन सीसा। बंदों बार बार जगदीशा, जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक ओंकार सतगुरु तेह प्रसाद सच होए। वाहेगुरु जी की फतेह। नाम श्री वाहिगुरु साहिब जी चौपाई। राग अलाप ऊच सुर न साथा, पढ़त शब्द फिरहि जगन्नाथा। गमने जहाँ उजार महाना, अपर मान मुख तेज देपाना। राग अलाप ऊच सुर साथा। सच्चे पातशाह गरीब नवाज दीन दुनिया दे मालक, चबर छतर तखत दे मालक समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख स्वरूप सच्चे पातशाह। धन 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 सतगुरु श्री गुरु ग्रंथ साहिब जी महाराज। बड़े ही प्यार दे नाल सारी संगत दोवें हथ जोड़ के उचारण करो जी। धन धन श्री गुरु ग्रंथ साहिब जी महाराज। धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सच्चे पातशाह जी की कृपा हुई है। हजूर महाराज साहब जी के पवित्र अस्थान ते आप सब संगतां सुभाईमान होए हो।
ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਨ। ਲੜੀਵਾਰ ਕਥਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਹੈ। ਆਓ ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਮਹਾਰਾਜ ਸਿੱਖਾਂ ਦੀ ਪਰਖ ਲੈ ਰਹੇ ਹੈ। ਸ਼ੁਰੂ ਤੋਂ ਹੀ ਪੁਰਾਤਨ ਸਮੇਂ ਤੋਂ ਹੀ ਰਿਸ਼ੀ ਮੁਨੀ ਜਿਹੜੇ ਆ ਉਹ ਆਪਣੇ ਸ਼ਿਸ਼ ਆਪਣੇ ਚੇਲਿਆਂ ਦੀ ਪ੍ਰੀਖਿਆ ਲੈਂਦੇ ਰਹੇ ਹੈ, ਕਿਉਂਕਿ ਜਿੰਨਾ ਚਿਰ ਤੱਕ ਕਿਸੇ ਦੀ ਪ੍ਰੀਖਿਆ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਧ ਸੰਗਤ ਜੀ ਉਹ ਅਗਲੀ ਜਮਾਤ ਵਿੱਚ ਨਹੀਂ ਬੈਠਦਾ। ਪਰ ਫਿਰ ਵੀ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਗੁਰੂ ਨਾਨਕ ਸਾਹਿਬ ਸਿੱਖੀ ਨੂੰ ਪਰਖ ਰਹੇ ਹੈ, ਸਿੱਖਾਂ ਨੂੰ ਪਰਖ ਰਹੇ ਹੈ। ਕਈ ਕੌਤਕ ਮਹਾਰਾਜ ਕਰ ਰਹੇ ਹੈ, ਪਰ ਜੇ ਗੁਰੂ ਨਾਨਕ ਸਾਹਿਬ ਸਾਡੀ ਪ੍ਰੀਖਿਆ ਲੈ ਲੈਣ ਨਾ ਸੰਗਤ ਜੀ, ਤੇ ਮੈਂ ਆਪਣੀ ਗੱਲ ਕਰਦਾ, ਮੈਂ ਅੱਜ ਵੀ ਫੇਲ ਹਾਂ ਤੇ ਕੱਲ੍ਹ ਵੀ ਫੇਲ ਹਾਂ। ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਮਹਾਰਾਜ ਕਿਰਪਾ ਕਰੋ। ਜਿਵੇਂ ਭਾਈ ਮੰਝ ਜੀ ਨੂੰ ਤੁਸੀਂ ਪੰਜਵੇਂ ਰੂਪ ਵਿੱਚ ਬਚਨ ਕੀਤਾ, ਭਾਈ ਮੰਝ ਜਿਹੜਾ ਤੇਰਾ ਨਾਮ ਲਏਗਾ ਉਹਦੇ ਕੋਲ ਮੈਂ ਪ੍ਰੀਖਿਆ ਨਹੀਂ ਲਿਆ ਕਰਾਂਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਾਡੇ ਕੋਲ ਪ੍ਰੀਖਿਆ ਨਾ ਲਓ ਤੇ ਵੈਸੇ ਹੀ ਸਾਡੇ ਤੇ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ। ਉਂਝ ਇੱਕ ਪੰਕਤੀ ਹੈ ਵੀ ਪੂਰਾ ਨਿਆਉ ਕਰੈ ਕਰਤਾਰ। ਵਾਹਿਗੁਰੂ ਦਾ ਨਿਆਂ ਪੂਰਾ ਹੈ, ਰੱਬ ਪੂਰਾ ਨਿਆਂ ਕਰਦਾ ਹੈ। ਪਰ ਗੁਰਮੁਖ ਹੱਥ ਜੋੜ ਕੇ ਅਰਦਾਸ ਕਰਦੇ ਹੁੰਦੇ ਆ, ਹੇ ਵਾਹਿਗੁਰੂ ਜੇ ਤੁਸੀਂ ਸਾਡੇ ਨਾਲ ਨਿਆਂ ਕੀਤਾ ਤੇ ਅਸੀਂ ਫੇਲ ਹੋ ਜਾਣਾ। ਤੇ ਤੁਹਾਡਾ ਇੱਕ ਬਿਰਧ ਹੈ। ਕੀ ਬਿਰਧ ਹੈ? ਤੁਸੀਂ ਗਰੀਬਾਂ ਤੇ ਤਰਸ ਕਰਦੇ ਹੋ, ਤੁਸੀਂ ਦਇਆ ਕਰਨ ਵਾਲੇ ਹੋ। ਜਾਂ ਕੋ ਆਪਣੀ ਕਰੈ ਬਖਸ਼ੀਸ ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਇਹਦਾ ਭਾਵ ਕੀ ਹੈ? ਜਿਸ ਉੱਤੇ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦੇ ਆ, ਬਖਸ਼ਿਸ਼ ਕਰ ਦਿੰਦੇ ਆ, ਉਹਦਾ ਫਿਰ ਲੇਖਾ ਨਹੀਂ ਵੇਖਦੇ ਜੀ। ਭਾਵ ਉਹਦੇ ਫਿਰ ਔਗੁਣ ਵੀ ਨਹੀਂ ਵੇਖਦੇ ਤੇ ਉਹਦੇ ਗੁਣ ਵੀ ਨਹੀਂ ਵੇਖਦੇ, ਉਹਨੂੰ ਬਖਸ਼ ਲੈਂਦੇ ਆ, ਉਹਨੂੰ ਬਖਸ਼ ਲੈਂਦੇ ਆ। ਮਹਾਰਾਜ ਆਪ ਸਾਡੇ ਤੇ ਤਰਸ ਕਰੋ, ਸਾਨੂੰ ਬਖਸ਼ ਲਓ। ਜੇ ਸਾਡੇ ਨਾਲ ਨਿਆਂ ਹੋਇਆ ਫਿਰ ਅਸੀਂ ਫੇਲ ਹੋ ਜਾਣਾ ਜੀ। ਆਪ ਸਾਡੇ ਤੇ ਵੈਸੇ ਮਿਹਰ ਕਰ ਦਿਓ, ਕਿਰਪਾ ਕਰ ਦਿਓ। ਮਹਾਰਾਜ ਸਿੱਖਾਂ ਦੀ ਪਰਖ ਲੈਂਦੇ ਆ। ਬੜਾ ਵੱਡਾ ਲੰਗਰ ਚੱਲਦਾ ਹੈ, ਪਰ ਦਿਹਾੜੀ ਵਿੱਚ ਇੱਕ ਸਮਾਂ ਪ੍ਰਸ਼ਾਦਾ। ਕੁਝ ਸਿੱਖ ਚਲੇ ਗਏ, ਕੁਝ ਰਹਿ ਗਏ। ਉਹਦੇ ਤੋਂ ਬਾਅਦ ਮਹਾਰਾਜ ਨੇ ਦੂਜੇ ਦਿਨ ਪ੍ਰਸ਼ਾਦਾ ਕਰ ਦਿੱਤਾ। ਉਹਦੇ ਵਿੱਚ ਵੀ ਕੁਝ ਸਿੱਖ ਜਿਹੜੇ ਰਹਿ ਗਏ ਸਨ, ਉਹਨਾਂ ਵਿੱਚੋਂ ਵੀ ਕੁਝ ਚਲੇ ਗਏ ਜੀ। ਵੀ ਇਹ ਕੰਮ ਤੇ ਬੜਾ ਔਖਾ ਹੈ, ਕਿਉਂਕਿ ਖਾਣ ਪਾਣ ਨੂੰ ਮਿਲੇ। ਹਰ ਇੱਕ ਬੰਦਾ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੰਗਤ ਜੀ। ਸਿੱਖ ਬਹੁਤ ਸਵਾਏ ਜੇ ਰਹਿ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਕੋਲੋਂ ਖੇਤੀ ਕਰਵਾਈ। ਪਰ ਵੇਖਿਆ ਵੀ ਹੁਣ ਇਹ ਟਿਕ ਗਏ ਆ। ਫਿਰ ਮਹਾਰਾਜ ਨੇ ਲੰਗਰ ਦੇ ਭੰਡਾਰੇ ਖੋਲ੍ਹ ਦਿੱਤੇ। ਮਹਾਰਾਜ ਕਹਿੰਦੇ ਭਾਈ ਹੁਣ ਜਿੰਨਾ ਮਰਜ਼ੀ ਛਕ ਲਓ, ਜਿੰਨਾ ਮਰਜ਼ੀ ਛਕ ਲਓ। ਤੇ ਬਾਅਦ ਵਿੱਚ ਮਹਾਰਾਜ ਨੇ ਜਿੰਨੀ ਫਸਲ ਬਿਜਵਾਈ ਪੱਕ ਗਈ, ਖਲਵਾੜੇ ਲੱਗ ਗਏ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਿੱਖਾਂ ਨੂੰ ਹੁਕਮ ਕੀਤਾ ਵੀ ਸਾੜ ਦਿਓ ਇਹਨੂੰ। ਕੁਝ ਸਿੱਖ ਜਿਹੜੇ ਆ ਉਹ ਇਸ ਗੱਲ ਤੋਂ ਮੁਨਕਰ ਹੋ ਗਏ ਵੀ ਮਹਾਰਾਜ ਏਡੀ ਮਿਹਨਤ ਕੀਤੀ ਹੈ, ਪਰ ਕਿਵੇਂ ਸਾੜ ਦਈਏ। ਭਾਈ ਲਹਿਣਾ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਜਿਹੜੇ ਸਿੱਖ ਹੈ, ਉਹ ਸਾਧ ਸੰਗਤ ਜੀ ਡੋਲੇ ਨਹੀਂ। ਉਹਨਾਂ ਨੇ ਖਲਵਾੜੇ ਨੂੰ ਅੱਗ ਲਾ ਦਿੱਤੀ ਜੀ। ਵੀ ਸਾਡਾ ਤੇ ਕੰਮ ਹੈ ਹੁਕਮ ਮੰਨਣਾ। ਸੋ ਇਸ ਤਰੀਕੇ ਨਾਲ ਤੁਸੀਂ ਕਥਾ ਸੁਣੀ ਹੈ। ਗੁਰੂ ਸਾਹਿਬ ਪ੍ਰੀਖਿਆ ਲੈਣ, ਕੋਈ ਵਿਰਲਾ ਹੀ ਟਿਕ ਸਕਦਾ ਜੀ। ਮੈਂ ਆਪਣੀ ਗੱਲ ਕਰਦਾ ਬਾਰ-ਬਾਰ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋਸ ਹੈ, ਜੋ ਮਰ ਜੀਵਾ ਹੋਏ। ਮਹਾਰਾਜ ਦਇਆ ਕਰਨ, ਤਰਸ ਕਰਨ, ਔਗੁਣ ਹਾਰੇ ਹਾਂ, ਮਾੜੇ ਹਾਂ। ਮਹਾਰਾਜ ਸਾਨੂੰ ਵੈਸੇ ਹੀ ਬਖਸ਼ ਲੈਣ, ਸਾਡੇ ਤੇ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ। ਕਿਉਂ? ਇੱਥੇ ਬੜਾ ਲਾਇਕ ਬੰਦਾ ਵੀ ਜੇ ਦਾਅਵਾ ਕਰੇਗਾ ਤਾਂ ਕਿਸੇ ਵੇਲੇ ਵੀ ਧੋਖਾ ਖਾ ਸਕਦਾ ਹੈ।
ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਸਿੱਖਾ ਪਿਆਰਿਆ ਡਰਦਾ ਰਹਿ, ਅਜੇ ਜੀਵਨ ਰੂਪੀ ਜਿਹੜੀ ਨਾਵ ਹੈ ਸਮੁੰਦਰ ਵਿੱਚ ਹੈ, ਪਤਾ ਹੀ ਨਹੀਂ ਕਿੱਥੇ ਭੁੱਲ ਹੋ ਜਾਣੀ ਹੈ ਬੰਦੇ ਕੋਲੋਂ। ਇਸ ਕਰਕੇ ਮਾਣ ਕੋਈ ਨਹੀਂ ਕਰਨਾ, ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਗ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਹੁਣ ਮਹਾਰਾਜ ਨੇ ਆਪਣੇ ਅੱਗੇ ਸੂਰ ਤੇ ਪਿੱਛੇ ਕੁੱਤੇ ਲਾ ਕੇ ਤੇ ਮਹਾਰਾਜ ਨੇ ਇੱਕ ਅਸਚਰਜ ਰੂਪ ਜਿਹਾ ਬਣਾ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਨੂੰ ਤੁਰ ਪਏ, ਸ਼ਿਕਾਰੀ ਵਾਲਾ ਰੂਪ ਧਾਨਕ ਰੂਪ ਬਣਾਇਆ ਤੇ ਭਾਈ ਲਹਿਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਜਾ ਰਹੇ ਆ। ਬਾਕੀ ਸਾਰੇ ਵਾਪਸ ਮੁੜ ਗਏ ਆ ਵੀ ਅਸੀਂ ਤਾਂ ਨਹੀਂ ਇਸ ਰੂਪ ਦੇ ਦਰਸ਼ਨ ਕਰ ਸਕਦੇ। ਕੁਝ ਤੇ ਸੰਗਤ ਜੀ ਮਹਾਰਾਜ ਨੂੰ ਬੁਰੇ ਸ਼ਬਦ ਵੀ ਕਹਿਣ ਲੱਗ ਪਏ ਸਨ ਵੀ ਦੀਵਾਨੇ ਹੋ ਗਏ ਆ ਮਹਾਰਾਜ। ਸੋ ਇਸ ਤਰੀਕੇ ਨਾਲ ਮਹਾਰਾਜ ਨੇ ਫਿਰ ਇੱਕ ਸ਼ਬਦ ਉਚਾਰਿਆ, ਕੱਲ 2 ਪੰਕਤੀਆਂ ਵਾਹਿਗੁਰੂ ਇੱਕ ਪਦਾ ਆਪ ਜੀ ਨੇ ਸੁਣਿਆ ਸੀ ਉਹਦਾ, ਏਕ ਸਵਾਨ ਦੋਏ ਸਵਾਨੀ ਨਾਲ, ਭਲ ਕੇ ਭੌਂਕ ਹੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਸ਼ਬਦ ਜਿਹੜਾ ਹੈ ਇਹ ਉਚਾਰਿਆ। ਹੁਣ ਆਪਾਂ ਇਹਦੇ ਤੋਂ ਅੱਗੇ ਮੁਖ ਨਿੰਦਾ ਆਖਾ ਦਿਨ ਰਾਤ, ਇੱਥੋਂ ਹੁਣ ਕਥਾ ਆਰੰਭ ਕਰਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਨਿੰਦਾ ਆਖਾ ਦਿਨ ਰਾਤ, ਪਰ ਘਰ ਜੋਹੀ ਨੀਚ ਸਨਾਤ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਚੀ ਰਾਗ ਦੇ ਵਿੱਚ ਅਲਾਪ ਕੇ ਇਹ ਸ਼ਬਦ ਪੜ੍ਹ ਰਹੇ ਹੈ ਤੇ ਤੁਰੇ ਜਾ ਰਹੇ ਹੈ। ਤੇ ਇੱਕ ਕੱਲ ਵੀ ਬੇਨਤੀ ਕੀਤੀ ਸੀ ਸੰਗਤ ਜੀ, ਇਹ ਮਹਾਰਾਜ ਨੇ ਠੀਕ ਹੈ ਆਪਣੇ ਆਪ ਨੂੰ ਆਖਿਆ, ਪਰ ਇਹ ਸਾਨੂੰ ਭੁਲੇਖਾ ਹੈ ਆਪਣੇ ਆਪ ਨੂੰ ਆਖਿਆ। ਅਸਲ ਵਿੱਚ ਮਹਾਰਾਜ ਨੇ ਸਾਡੇ ਮਨਾਂ ਦਾ ਹਾਲ ਦੱਸਿਆ ਜੀ। ਮੇਰੇ ਵਰਗੇ ਬੰਦੇ ਕਥਾ ਕਰਨ ਵਾਲੇ ਜਾਂ ਹੋਰ ਗਿਆਨ ਧਿਆਨ ਸੁਣਾਉਣ ਵਾਲੇ, ਆਪਣੇ ਆਪ ਨੂੰ ਕੁਝ ਸਮਝਣ ਵਾਲੇ, ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਗਿਆਨ ਧਿਆਨ ਦੂਜਿਆਂ ਵਾਸਤੇ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਮਨਾਂ ਦਾ ਹਾਲ ਦੱਸ ਦਿੱਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਮੁਖ ਨਿੰਦਾ ਆਖਾ ਦਿਨ ਰਾਤ। ਆਪਣੇ ਆਪ ਤੇ ਗੱਲ ਲਾ ਕੇ ਸਾਨੂੰ ਸਮਝਾਇਆ ਵੀ ਅੱਜ ਕੱਲ੍ਹ ਮਨੁੱਖ ਦਾ ਹਾਲ ਕੀ ਹੈ। ਬੰਦਾ ਦਿਨ ਰਾਤ ਨਿੰਦਿਆ ਹੀ ਕਰੀ ਜਾ ਰਿਹਾ ਜੀ, ਨਿੰਦਿਆ ਹੀ ਕਰੀ ਜਾ ਰਿਹਾ। ਤੁਸੀਂ ਵੇਖ ਲਓ ਅੱਜ ਕੱਲ੍ਹ ਧਾਰਮਿਕ ਬੰਦੇ ਵੀ ਵਿਰਲੇ ਹੀ ਬਚੇ ਚ, ਨਹੀਂ ਤੇ ਨਿੰਦਿਆ ਦੇ ਸ਼ਿਕਾਰ ਹੋਏ ਪਏ ਸਾਰੇ ਜੀ। ਇੱਕ ਦੂਜੇ ਨੂੰ ਬੁਰਾ ਆਖਣਾ, ਇਹ ਆਪੋ ਆਪਣਾ ਦਾਇਰਾ ਜੀ। ਜਿਹਦਾ ਜਿੰਨਾ ਵੱਡਾ ਦਾਇਰਾ ਉਹਦੀ ਨਿੰਦਿਆ ਵੀ ਓਨੀ ਵੱਡੀ ਹੋ ਜਾਂਦੀ ਜੀ। ਪਰਿਵਾਰ ਵਿੱਚ ਰਹਿੰਦੇ ਬੰਦੇ ਕਦੀ ਕਿਸੇ ਦੀ ਨਿੰਦਿਆ ਕਰੀ ਜਾਂਦੇ, ਕਦੀ ਕਿਸੇ ਦੀ ਨਿੰਦਿਆ ਕਰਦੇ। ਕਿਉਂ? ਇੱਕ ਦੂਜੇ ਦੀ ਇੱਕ ਦੂਜੇ ਨਾਲ ਬਣਦੀ ਨਹੀਂ ਹੈ ਜੀ, ਤਾਂ ਨਿੰਦਿਆ ਹੁੰਦੀ ਹੈ। ਤੇ ਜੇ ਸਾਡੀ ਕੋਈ ਨਿੰਦਿਆ ਕਰੇ ਸਾਨੂੰ ਦੁੱਖ ਵੀ ਲੱਗਦਾ। ਇੱਕ ਗੁਰਮੁਖ ਮਹਾਤਮਾ ਦਾ ਬੋਲ ਮੈਂ ਆਪ ਜੀ ਨਾਲ ਸਾਂਝਾ ਕਰਦਿਆਂ, ਉਹਨਾਂ ਦੀ ਨਾ ਕੋਈ ਨਿੰਦਿਆ ਕਰਦਾ ਹੁੰਦਾ ਸੀਗਾ ਤੇ ਉਹਨਾਂ ਨਿੰਦਕਾਂ ਨੂੰ ਨਾ ਦੇਸੀ ਘਿਓ ਵੰਡ ਕੇ ਆਏ ਜੀ। ਉਹ ਕਹਿੰਦੇ ਇਹ ਕੀ? ਕਹਿੰਦੇ ਤੁਸੀਂ ਭਾਈ ਮਿਹਨਤ ਬੜੀ ਕਰਦੇ ਹੋ ਤੇ ਤੁਸੀਂ ਮਿਹਨਤ ਜ਼ਿਆਦੀ ਕਰਦੇ ਹੋ, ਆ ਲਓ ਦੇਸੀ ਘਿਓ ਤੇ ਛਕਿਆ ਕਰੋ ਰੱਜ ਰੱਜ ਕੇ, ਸਿਹਤ ਬਣਾਓ ਤੇ ਫਿਰ ਨਿੰਦਿਆ ਕਰੋ। ਉਹਨਾਂ ਨੂੰ ਸ਼ਰਮ ਆ ਗਈ ਜੀ। ਬੰਦੇ ਦਾ ਸੁਭਾਅ ਹੈ ਦਿਨ ਰਾਤ ਹੀ ਨਿੰਦਿਆ ਕਰਦਾ, ਦਿਨੇ ਵੀ ਨਿੰਦਿਆ ਰਾਤ ਵੀ ਨਿੰਦਿਆ। ਮਹਾਰਾਜ ਕਹਿੰਦੇ ਮੁਖ ਨਿੰਦਾ ਆਖਾ ਦਿਨ ਰਾਤ। ਕਹਿੰਦੇ ਭਾਈ ਬੰਦਾ ਦਿਨ ਰਾਤ ਨਿੰਦਿਆ ਹੀ ਕਰਦਾ ਰਹਿੰਦਾ ਹੈ, ਬੁਰਾ ਭਲਾ ਆਖਦਾ ਰਹਿੰਦਾ ਹੈ। ਪਰ ਮੈਂ ਹੁਣ ਇੱਥੇ ਦਾਸ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਦਿਆਂ ਸੰਗਤ ਜੀ,
ਜਿੰਨਾ ਜਪ ਤਪ ਛੇਤੀ ਨਿੰਦਿਆ ਕੀਤਿਆਂ ਜਾਂਦਾ ਹੈ ਨਾ, ਉਹਨਾਂ ਸ਼ਾਇਦ ਹੋਰ ਕਿਸੇ ਵਕਾਰ ਦੇ ਨਾਲ ਛੇਤੀ ਖਤਮ ਨਹੀਂ ਹੁੰਦਾ। ਭਗਤ ਕਬੀਰ ਸਾਹਿਬ ਬੜਾ ਵਧੀਆ ਇੱਕ ਦ੍ਰਿਸ਼ਟਾਂਤ ਦਿੰਦੇ ਆ। ਕਹਿੰਦੇ ਆ, ਮੈਨੂੰ ਮਾਂ ਪਿਓ ਦੇ ਨਾਲੋਂ ਨਿੰਦਿਆ ਕਰਨ ਵਾਲਾ ਜ਼ਿਆਦਾ ਚੰਗਾ ਲੱਗਦਾ ਹੈ। ਕਿਉਂ ਚੰਗਾ ਲੱਗਦਾ? ਕਹਿੰਦੇ ਉਹਦਾ ਕਾਰਨ ਇਹ ਹੈ, ਮਾਂ ਪਿਓ ਤੇ ਮੇਰੀ ਸਫਾਈ ਕਰਦੇ ਰਹੇ ਆ ਹੱਥਾਂ ਨਾਲ, ਮੇਰੀ ਗੰਦਗੀ ਹੱਥਾਂ ਨਾਲ ਧੋਂਦੇ ਰਹੇ ਆ। ਪਰ ਜਿਹੜਾ ਨਿੰਦਕ ਹੈ ਨਾ, ਇਹ ਆਪਣੀ ਜੀਭ ਨਾਲ ਸਾਫ਼ ਕਰਨ ਦਿਆ ਨਿੰਦਗੀ ਗੰਦਗੀ। ਹੁਣ ਇਹ ਦੱਸੋ ਵੀ ਜੀਭ ਨਾਲ ਸਾਫ਼ ਕਰਨ ਵਾਲਾ ਵੱਡਾ ਕਿ ਹੱਥਾਂ ਨਾਲ? ਇਸ ਕਰਕੇ ਕਹਿੰਦੇ ਨਿੰਦਾ ਬਾਪ ਨਿੰਦਾ ਮਹਿਤਾਰੀ। ਮਹਿਤਾਰੀ ਕੀ ਹੁੰਦਾ? ਮਾਂ। ਨਿੰਦਕ ਜਿਹੜਾ ਹੈ ਉਹ ਮੇਰਾ ਮਾਂ ਪਿਓ ਹੈ, ਨਿੰਦਾ ਕਰਨ ਵਾਲਾ। ਇਸ ਕਰਕੇ ਇਹਦੇ ਤੋਂ ਬਚੋ, ਇੱਕ ਦੂਜੇ ਨੂੰ ਬੁਰਾ ਆਖਣ ਤੋਂ ਬਚੋ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਕਹਿੰਦੇ ਅਰੜ ਆਵੈ ਬਿਲ ਲਾਵੈ ਨਿੰਦਕ, ਆਪਣਾ ਕੀਤਾ ਪਾਵੈ ਨਿੰਦਕ। ਫਿਰ ਨਿੰਦਕ ਦੀ ਗੱਲ ਮਹਾਰਾਜ ਨੇ ਬਾਣੀ 'ਚ ਬੜਾ ਆਖਿਆ, ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ। ਹਰ ਹਰ ਲੀਨੇ ਸੰਤ ਉਬਾਰ, ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕੋ ਫਿਰ ਮਾਰ। ਸੋ ਮਹਾਰਾਜ ਬੰਦੇ ਨੂੰ ਸਮਝਾਉਂਦੇ, ਕਹਿੰਦੇ ਬੰਦੇ ਕੀ ਕਰਦੇ ਆ? ਦਿਨ ਰਾਤ ਮੁਖ ਤੋਂ ਨਿੰਦਿਆ ਕਰਦੇ ਆ। ਪਰ ਘਰ ਜੋ ਹੀ ਨੀਚ ਸਨਾਤ। ਫਿਰ ਸੰਗਤ ਜੀ ਪਰਾਏ ਘਰਾਂ ਦੇ ਵੱਲ ਧਿਆਨ ਕਰਨਾ, ਲੋਭ ਕਰਨਾ। ਉਹਦੇ ਕੋਲ ਇੰਨਾ ਪੈਸਾ ਹੈ, ਉਹਦੇ ਕੋਲ ਆਹ ਚੀਜ਼ ਹੈ, ਉਹਦੇ ਕੋਲ ਆਹ ਚੀਜ਼ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿੰ। ਪਰਾਏ ਘਰਾਂ ਵਿੱਚ ਧਿਆਨ ਰੱਖਣਾ, ਪਰਾਏ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੋਈ ਜਾਣਾ, ਕਮੀਨਾਪਨ ਕਰਨਾ, ਨੀਚ ਕਰਨਾ। ਮਾਫ ਕਰਿਓ, ਮੈਂ ਫਿਰ ਕਹਿਣ ਲੱਗਾ ਹੈ, ਗੁਰੂ ਨਾਨਕ ਸਾਹਿਬ ਦੀ ਤਰੀਕਾ ਵੇਖੋ, ਆਪਣੇ ਤੇ ਟਿਕਾ ਕੇ ਸਾਨੂੰ ਸਮਝਾਉਂਦਾ ਹੈ ਜੀ। ਉੱਤਮ ਪੁਰਖ 'ਚ ਹੋ ਕੇ ਗੱਲ ਕਰਦੇ। ਹਾਂਜੀ। ਕਾਮ ਕ੍ਰੋਧ ਤਨ ਵਸਹਿ ਚੰਡਾਲ। ਫਿਰ ਸਰੀਰ ਦੇ ਵਿੱਚ ਦੋ ਚੰਡਾਲ ਵਸਦੇ ਆ ਵੱਡੇ, ਇੱਕ ਕਾਮ ਹੈ ਤੇ ਦੂਜਾ ਕ੍ਰੋਧ ਹੈ। ਕਾਮ ਕ੍ਰੋਧ ਜਿਹੜੇ ਹੈ ਇਹ ਸਾਧ ਸੰਗਤ ਸਰੀਰ ਨਾਸ਼ ਕਰਦੇ ਆ, ਸਰੀਰ ਨੂੰ ਵਧਣ ਨਹੀਂ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ। ਇਹ ਕਹਿਣ ਲੱਗੇ ਮੇਰੇ ਸਰੀਰ ਵਿੱਚ ਚੰਡਾਲ ਵਸਦੇ ਆ, ਭਾਵ ਬੰਦੇ ਦੇ ਸਰੀਰ ਵਿੱਚ ਚੰਡਾਲ ਵਸਦੇ ਆ। ਤਾਨਕ ਰੂਪ ਰਹਾ ਕਰਤਾਰ। ਹੇ ਕਰਤਾਰ, ਇਸ ਤਰੀਕੇ ਦੇ ਨਾਲ ਬੰਦੇ ਨੇ ਧਾਨਕ ਰੂਪ ਬਣਾਇਆ ਹੋਇਆ, ਸ਼ਿਕਾਰੀ ਦਾ ਰੂਪ ਬਣਾਇਆ ਹੋਇਆ। ਹੁਣ ਫੇਰ ਸੁਣਿਓ ਕਿਹੜੇ ਕਿਹੜੇ ਔਗੁਣ ਨੇ ਬੰਦੇ ਵਿੱਚ। ਇੱਕ ਤੇ ਦਿਨ ਰਾਤ ਨਿੰਦਿਆ ਕਰਨੀ, ਪਰਾਏ ਘਰਾਂ ਵੱਲ ਧਿਆਨ ਰੱਖਣਾ, ਇਹ ਨੀਚਪਨ, ਨੀਚਪਨ ਕਮੀਣਗਿਰੀ ਹੈ। ਕਾਮ ਕ੍ਰੋਧ ਵੀ ਬੰਦੇ ਦੇ ਸਰੀਰ ਵਿੱਚ ਨੇ, ਇਹ ਚੰਡਾਲ ਹੀ ਵਾਹਿਗੁਰੂ, ਇਹ ਚੰਡਾਲ ਨੇ। ਤੇ ਕਹਿਣ ਲੱਗੇ ਇਸ ਤਰੀਕੇ ਨਾਲ ਬੰਦਾ ਸ਼ਿਕਾਰ ਕਰਦਾ, ਦੂਜਿਆਂ ਨੂੰ ਭਰਮਾਉਂਦਾ ਹੈ। ਹੁਣ ਆਪਾਂ ਕਥਾ ਸੁਣ ਰਹੇ ਹਾਂ ਤੇ ਮੈਂ ਵੀ ਧਿਆਨ ਮਾਰਦਾ ਤੇ ਆਪਾਂ ਵੀ ਧਿਆਨ ਮਾਰ ਲਈਏ ਸਾਰੇ। ਗੁੱਸਾ ਵੀ ਸਾਡੇ ਵਿੱਚ ਹੈਗਾ ਤੇ ਕਾਮ ਵੀ ਹੈਗਾ ਜੀ। ਗੁੱਸਾ ਇੰਨਾ ਭਿਆਨਕ ਹੈ ਸੰਗਤ ਜੀ, ਜਦੋਂ ਸਾਨੂੰ ਆ ਜਾਂਦਾ ਤੇ ਬੰਦੇ ਦਾ ਚਿਹਰਾ ਜਿਹੜਾ ਉਹ ਕਰੂਪ ਹੋ ਜਾਂਦਾ ਜੀ। ਸੋ ਮਹਾਰਾਜ ਕਹਿੰਦੇ ਇਹ ਸ਼ਿਕਾਰੀ ਰੂਪ ਹੀ ਹੈ। ਹਾਂਜੀ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ। ਅੱਗੋਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਆ, ਕਹਿੰਦੇ ਫਾਹੀ ਸੁਰਤ ਮਲੂਕੀ ਵੇਸ। ਵੇਖਣ ਨੂੰ ਤੇ ਬੜਾ ਸ਼ਰੀਫ ਲੱਗਦਾ ਜੀ ਬੰਦਾ, ਹਾਂਜੀ, ਵੇਖਣ ਨੂੰ ਤੇ ਦੇਵਤਾ ਜੀ, ਬੜਾ ਭੋਲਾ, ਪਰ ਨੀਤ ਕੀ ਹੈਗੀ ਆ ਵੀ ਹੋਰਨਾਂ ਨੂੰ ਫਸਾਵਾਂ ਜੀ। ਫਾਹੀ ਸੁਰਤ, ਸੁਰਤ ਕੀ ਹੈ ਵੀ ਲੋਕਾਂ ਨੂੰ ਫਸਾਈਏ ਕਿਵੇਂ। ਤੇ ਵੇਸ ਮਲੂਕੀ ਬਣਾਇਆ ਹੋਇਆ, ਹੋਂ ਠਗਵਾੜਾ ਠੱਗੀ ਦੇਸ। ਇਸ ਤਰੀਕੇ ਨਾਲ ਕਹਿਣ ਲੱਗੇ ਠੱਗ ਬਣਿਆ ਤੇ ਲੋਕਾਂ ਨੂੰ ਠੱਗਣ ਦਾ ਹੀ ਮੁੱਖ ਕੰਮ ਬਣਾਇਆ ਹੋਇਆ ਜੀ ਬੰਦੇ ਨੇ।
ਬੜੇ ਬੜੇ ਬੰਦੇ ਵੇਖੋ ਭੋਲੇ ਨਹੀਂ ਭੋਲੇ, ਮੁੱਖੋਂ ਬੜੇ ਭੋਲੇ, ਤੇ ਉਹਨਾਂ ਦੇ ਭੋਲੇਪਨ 'ਚ ਜਿਹੜਾ ਫਸ ਜਾਂਦਾ ਉਹ ਠੱਗਿਆ ਜਾਂਦਾ ਜੀ। ਹਾਂਜੀ। ਖਰਾ ਸਿਆਣਾ ਬਹੁਤਾ ਭਾਰ। ਫਿਰ ਸਿਆਣਪ ਦਾ ਵੀ ਬੋਝ ਲੈ ਕੇ ਫਿਰਦਾ ਆਪਣੇ ਤੇ। ਬਹੁਤੀ ਸਿਆਣਪ ਵੀ ਬੰਦੇ ਦੇ ਦਿਮਾਗ ਤੇ ਭਾਰ ਹੀ ਹੈਗਾ ਜੀ, ਭਾਰ ਹੀ ਹੈਗਾ। ਉਹ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਹੈ, ਉਹਦੇ ਵਿੱਚ ਪ੍ਰਮਾਣ ਦਿੱਤਾ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਇੱਕ ਘਰ ਨੂੰ ਅੱਗ ਲੱਗ ਗਈ, ਜਦੋਂ ਅੱਗ ਲੱਗੀ ਤੇ ਉਸ ਘਰ ਦੇ ਵਿੱਚ ਜਿਹੜੇ ਬਾਕੀ ਜੀ ਸੀ ਉਹ ਤੇ ਨਿਕਲ ਗਏ ਜੀ, ਵੀ ਅੱਗ ਲੱਗੀ ਹੈ ਨਿਕਲ ਗਏ, ਇੱਥੇ ਰਵਾਂਗੇ ਤੇ ਮਰਾਂਗੇ। ਤੇ ਕਹਿੰਦੇ ਇੱਕ ਜਿਹੜਾ ਬਹੁਤਾ ਸਿਆਣਾ ਸੀ ਨਾ, ਉਹ ਗਿਆਨ ਘੋਟਣ ਲੱਗ ਪਿਆ ਜੀ, ਇਹ ਅੱਗ ਕਿਵੇਂ ਪੈਦਾ ਹੋਈ ਹੈ, ਇਹ ਅੱਗ ਕਿੱਥੋਂ ਨਿਕਲੀ ਹੈ, ਪਹਿਲਾਂ ਕਿਹੜੇ ਪਾਸੇ ਗਈ ਹੈ, ਹੁਣ ਇੱਧਰ ਆ ਗਈ ਹੈ। ਕਹਿੰਦੇ ਉਹ ਗਿਆਨ ਬਹੁਤਾ ਹੀ ਝਾੜਦਾ ਰਿਹਾ, ਆਪਣੀ ਸਿਆਣਪ ਝਾੜਦਾ ਰਿਹਾ, ਤੇ ਅੱਗ ਉਹਨੂੰ ਸਾੜ ਦਿੱਤਾ ਅੱਗ ਨੇ ਜੀ। ਖਰਾ ਸਿਆਣਾ ਬਹੁਤਾ ਭਾਰ। ਜਿਹੜੀ ਬਹੁਤੀ ਸਿਆਣਪ ਹੈ ਨਾ ਪਰਮੇਸ਼ਰ ਦੇ ਨਾਮ ਤੋਂ ਬਗੈਰ, ਬਹੁਤਾ ਜਿਹੜਾ ਚਲਾਕ ਹੈ ਸਮਝੋ ਇਹ ਭਾਰ ਹੀ ਚੁੱਕਿਆ ਬੰਦੇ ਨੇ। ਤੇ ਕਈ ਵਾਰੀ ਸਿਆਣਪ ਨਾਲ ਹੀ ਬੰਦਾ ਪਾਪਾਂ ਦਾ ਭਾਰ ਚੁੱਕ ਲੈਂਦਾ ਆਪਣੇ ਤੇ, ਬੜੇ ਬੜੇ ਪਾਪ ਕਰਦਾ ਜੀ ਬੰਦਾ ਇਸ ਕੰਮ ਵਿੱਚ। ਹਾਂਜੀ। ਧਾਨਕ ਰੂਪ ਰਹਾ ਕਰਤਾਰ। ਇਹ ਸ਼ਿਕਾਰੀ ਵਾਲਾ ਰੂਪ ਹੀ ਧਾਰਨ ਕੀਤਾ ਜੀ, ਸ਼ਿਕਾਰੀ ਵਾਲਾ ਹੀ ਰੂਪ ਧਾਰਨ ਕੀਤਾ। ਮਾਫ ਕਰਿਓ, ਬਾਣਾ ਧਰਮ ਦਾ ਪਾ ਕੇ ਤੇ ਲੋਕਾਂ ਨੂੰ ਠੱਗਣ ਦਾ ਜਿਹੜਾ ਬੰਦਾ ਪ੍ਰੋਗਰਾਮ ਬਣਾਉਂਦਾ ਉਹ ਧਾਰਮਿਕ ਨਹੀਂ ਹੈਗਾ, ਉਹ ਠੱਗ ਹੀ ਹੈ, ਉਹ ਧਾਨਕ ਹੀ ਹੈ, ਉਹ ਸ਼ਿਕਾਰੀ ਹੈ। ਔਰ ਉਹ ਕੋਈ ਵੀ ਬਾਣਾ ਹੋ ਸਕਦਾ ਹੈ, ਕਿਸੇ ਵੀ ਧਰਮ ਦਾ ਬਾਣਾ ਹੋ ਸਕਦਾ ਹੈ। ਸੱਜਣ ਠੱਗ ਦੀ ਕਥਾ ਤੁਸੀਂ ਸੁਣੀ ਹੈ, ਭਾਵੇਂ ਮਹਾਰਾਜ ਨੇ ਉਹਨੂੰ ਵਾਕਈ ਸੱਜਣ ਬਣਾਇਆ, ਪਰ ਨਾਮ ਅੱਜ ਤੱਕ ਸੱਜਣ ਠੱਗ ਹੀ ਚੱਲਦਾ ਉਹਦਾ, ਕਿਉਂਕਿ ਬਾਣਾ ਸੱਜਣਾ ਵਾਲਾ ਤੇ ਅੰਦਰੋਂ ਠੱਗੀ। ਸੋ ਇਹ ਸ਼ਿਕਾਰੀ ਹੈ, ਐਸੇ ਬੰਦਿਆਂ ਨੂੰ ਸ਼ਿਕਾਰੀ ਕਹਿੰਦੇ ਮਹਾਰਾਜ। ਹਾਂਜੀ। ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਆਪ ਬੰਦਾ ਪਸ਼ੂਆਂ ਦਾ ਸ਼ਿਕਾਰ ਕਰਦਾ, ਪਰ ਇਹੋ ਜਿਹੇ ਸ਼ਿਕਾਰੀ ਬੰਦੇ ਦੀ ਮੱਤ ਦਾ ਸ਼ਿਕਾਰ ਕਰ ਲੈਂਦੇ। ਅੱਗੋਂ ਮਹਾਰਾਜ ਵੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਨਿਮਰਤਾ ਵਾਲੇ ਬਚਨ ਕਰਦੇ, ਤੇ ਸਾਨੂੰ ਸਿੱਖਿਆ ਦਿੱਤੀ ਵੀ ਐਸੇ ਬੋਲ ਬੋਲਿਆ ਕਰੋ। ਹੇ ਵਾਹਿਗੁਰੂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਕੋਈ ਚੰਗਿਆਈ ਕਰਦਾ, ਮੈਂ ਉਹਦੀ ਚੰਗਿਆਈ ਨਹੀਂ ਜਾਣਦਾ, ਉਹਨੂੰ ਕਹਿੰਦੇ ਆ ਹਰਾਮ ਖੋਰੀ ਕਰਨੀ, ਛੱਕ ਕੇ ਹਰਾਮ ਕਰਨਾ, ਹਰਾਮ ਖੋਰੀ ਕਰਨੀ। ਅੱਗੇ ਫਿਰ ਪੜੋ। ਹਉ ਕਿਆ ਮੋਹ ਦੇਸਾ ਦੁਸ਼ਟ ਚੋਰ। ਤੇ ਕਹਿਣ ਲੱਗੇ ਮੈਂ ਨੇਕੀ ਦੀ ਕਦਰ ਨਹੀਂ ਪਾਈ, ਹੈ ਸਵਾਮੀ ਮੈਂ ਦੁਸ਼ਟ ਚੋਰ, ਤੈਨੂੰ ਕਿਹੜਾ ਮੂੰਹ ਵਿਖਾਵਾਂਗਾ। ਸੰਗਤ ਜੀ, ਜਿਹੜਾ ਬੰਦਾ ਇਹਨੇ ਕਿਸੇ ਨਾਲ ਨੇਕੀ ਕੀਤੀ ਹੋਵੇ ਤਾਂ ਉਹਨੂੰ ਭੁਲਾ ਦੇਵੇ, ਉਹ ਫਿਰ ਉਹਦੇ ਵੱਲ ਮੁੱਖ ਨਹੀਂ ਕਰ ਸਕਦਾ। ਤੇ ਕਿੱਡੀ ਵੱਡੀ ਗੁਰੂ ਨਾਨਕ ਸਾਹਿਬ ਜੀ ਦੀ ਨਿਮਰਤਾ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਤੂੰ ਮੇਰੇ ਨਾਲ ਨੇਕੀ ਕੀਤੀ, ਮੈਂ ਭੁਲਾ ਦਿੱਤੀ। ਅਸਲ ਵਿੱਚ ਕੌਣ ਹੈ ਇਹ? ਮੇਰੇ ਵਰਗੇ ਬੰਦੇ ਦੀ, ਸਾਡੇ ਵਰਗੇ ਬੰਦਿਆਂ ਦੀਆਂ ਗੱਲਾਂ ਕੀਤੀਆਂ। ਚਲੋ ਕਈ ਤੇ ਗੁਰਮੁਖ ਪਿਆਰੇ ਬੜੇ ਹੀ ਚੰਗੇ ਹੁੰਦੇ ਆ, ਨਾਮ ਜਪਣ ਵਾਲੇ, ਅੰਮ੍ਰਿਤ ਵੇਲੇ ਉੱਠਣ ਵਾਲੇ, ਪਰ ਜਿਹੜਾ ਕੀਤਾ ਨਹੀਂ ਜਾਣਦਾ, ਉਸ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦਾ, ਉਹ ਫਿਰ ਕਿਹੜਾ ਮੁੱਖ ਲੈ ਕੇ ਜਾਏਗਾ ਉੱਥੇ। ਮਨ ਰਾਮ ਸਿਮਰ ਪਛਤਾਹੇਗਾ, ਪਾਪੇ ਜੀਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਤੇ ਇਸੇ ਸ਼ਬਦ ਵਿੱਚ ਆਉਂਦਾ ਹੈ, ਕਿਆ ਮੁੱਖ ਲੈ ਕੇ ਜਾਹੇਗਾ, ਕਿਹੜਾ ਮੁੱਖ ਲੈ ਕੇ ਜਾਏਗਾ। ਹਾਂਜੀ। ਨਾਨਕ ਨੀਚ ਕਹੈ ਵਿਚਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਗੁਰੂ ਨਾਨਕ ਸਾਹਿਬ, ਤੇ ਮਹਾਰਾਜ ਇਹ ਸ਼ਬਦ ਪੜ੍ਹਦੇ ਜਾ ਰਹੇ ਹੈ, ਨਾਨਕ ਨੀਚ ਕਹੈ ਵਿਚਾਰ। ਇਸ ਜਿਹੜਾ ਪੰਕਤੀ ਹੈ, ਇਹਦੇ ਵਿਸ਼ਰਾਮ ਜਿਹੜੇ ਆ ਬੜੇ ਤਰੀਕਿਆਂ ਦੇ ਆ। ਦੋਸ ਜਿਹੜੇ ਆ ਸਾਧ ਸੰਗਤ ਦੀ ਵਿਸ਼ਰਾਮ ਉਹ ਮੁੱਖ ਮੰਨੇ ਜਾਂਦੇ ਆ। ਇੱਕ ਨਾਨਕ ਨੀਚ ਕਹੈ ਵਿਚਾਰ,
ਇੱਕ ਨਾਨਕ ਨੀਚ ਕਹੈ ਵਿਚਾਰ। ਅਸਲ 'ਚ ਜਿਹੜਾ ਨੀਚ ਸ਼ਬਦ ਹੈ ਇਹਦਾ ਅਰਥ ਹੈ ਨਿਮਾਣਾ। ਕਹਿਣ ਲੱਗੇ ਮੈਂ ਨਿਮਾਣਾ ਇਹ ਵਿਚਾਰ ਕਰਕੇ ਦੱਸਦਾ ਹਾਂ। ਉਂਝ ਗੁਰਮੁਖ ਪਿਆਰੇ ਭਾਵਨਾ ਵਾਲੇ ਜਿਹੜੇ ਸਿੱਖ ਹੈ ਉਹ ਫਿਰ ਜਪਜੀ ਸਾਹਿਬ ਦੇ ਪਾਠ ਵਿੱਚ ਵੀ ਇਹ ਪੰਕਤੀ ਆਉਂਦੀ ਹੈ ਨਾ, ਇੱਥੇ ਵਿਚਾਰ ਹੈ ਉੱਥੇ ਵਿਚਾਰ ਹੈ। ਇੱਥੇ ਲਿਖਿਆ ਨਾਨਕ ਨੀਚ ਕਹੈ ਵਿਚਾਰ, ਤੇ ਸ੍ਰੀ ਜਪਜੀ ਸਾਹਿਬ 'ਚ ਲਿਖਿਆ ਨਾਨਕ ਨੀਚ ਕਹੈ ਵਿਚਾਰ। ਤੇ ਭਾਵਨਾ ਵਾਲੇ ਸਿੱਖ ਜਿਹੜਾ ਭਾਵੇਂ ਅਰਥ ਨਿਮਾਣਾ ਹੀ ਹੈ ਪਰ ਭਾਵਨਾ ਵਾਲੇ ਸ਼ਬਦ ਸਿੱਖ ਜਿਹੜੇ ਆ ਨਾ ਉਹ ਨਾਨਕ ਤੇ ਨੀਚ ਨੂੰ ਵੱਖੋ ਵੱਖਰਾ ਕਰ ਦਿੰਦੇ ਆ ਕਿ ਮਹਾਰਾਜ ਦੇ ਨਾਮ ਨਾਲ ਇਹ ਸ਼ਬਦ ਨਾ ਆਵੇ। ਉਵੇਂ ਵਿਆਕਰਣ ਅਨੁਸਾਰ ਸਾਧ ਸੰਗਤ ਦੀ ਨੀਚ ਦਾ ਅਰਥ ਨਿਮਾਣਾ ਹੈ। ਮਹਾਰਾਜ ਕਹਿੰਦੇ ਮੈਂ ਨਿਮਾਣਾ ਵਾਹਿਗੁਰੂ ਜੀ ਦੇ ਅੱਗੇ ਵਿਚਾਰ ਕਰਕੇ ਬੇਨਤੀ ਕਰਦਾ ਹਾਂ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ, ਹੇ ਵਾਹਿਗੁਰੂ। ਇਸ ਤਰੀਕੇ ਨਾਲ ਬੰਦੇ ਨੇ ਸ਼ਿਕਾਰੀ ਦਾ ਰੂਪ ਬਣਾਇਆ ਹੋਇਆ, ਸ਼ਿਕਾਰੀ ਬਣਿਆ ਪਿਆ। ਔਰ ਵੇਖ ਲਓ ਸੱਚੀ ਗੱਲ 'ਚ ਮੈਨੂੰ ਮਾਫ ਕਰ ਦਿਓ, ਅੱਜ ਬਹੁ ਗਿਣਤੀ ਸੰਸਾਰ ਵਿੱਚ ਮਨੁੱਖਾਂ ਦੇ ਰੂਪ ਵਿੱਚ ਸ਼ਿਕਾਰੀਆਂ ਦੀ ਹੈਗੀ ਹੈ ਜੀ, ਸ਼ਿਕਾਰੀਆਂ ਦੀ ਹੈਗੀ ਹੈ। ਹਰ ਇੱਕ ਬੰਦਾ ਦੂਜੇ ਨੂੰ ਭਰਮਾਉਣ ਵਿੱਚ ਲੱਗਾ, ਫਸਾਉਣ ਵਿੱਚ ਲੱਗਾ, ਇਹਨੂੰ ਫਸਾ ਕੇ ਇਹਦੇ ਕੋਲੋਂ ਮਾਇਆ ਲੈ ਲਈਏ, ਇਸ ਤਰ੍ਹਾਂ ਕਰ ਲਈਏ। ਸ਼ਿਕਾਰੀ ਬਿਰਤੀ ਹੈ, ਸ਼ਿਕਾਰੀ। ਜ਼ਰੂਰੀ ਨਹੀਂ ਕਿਸੇ ਨੂੰ ਮਾਰਨਾ ਹੀ ਸ਼ਿਕਾਰ ਹੁੰਦਾ ਹੈ। ਆ ਵੇਖ ਲਓ ਨਿੰਦਿਆ ਚੁਗਲੀ ਕਰਨੀ, ਕਾਮ ਕ੍ਰੋਧ ਵਿੱਚ ਪ੍ਰਵੀਨ ਹੋਣਾ, ਇਹ ਵੀ ਸ਼ਿਕਾਰ ਹੀ ਹੈਗਾ ਹੈ ਜੀ। ਠੱਗੀ ਮਾਰਨਾ ਇਹ ਵੀ ਸ਼ਿਕਾਰ ਹੀ ਹੈਗਾ, ਗੁਰੂ ਨਾਨਕ ਸਾਹਿਬ ਕਹਿੰਦੇ। ਹਾਂਜੀ। ਚੌਪਈ ਰਾਗ ਅਲਾਪ ਊਚ ਸੁਰ ਸਾਥਾ, ਇਸ ਤਰੀਕੇ ਨਾਲ ਉੱਚੀ ਸੁਰ ਵਿੱਚ ਰਾਗ ਅਲਾਪ ਕੇ ਪੜਤ ਸ਼ਬਦ ਫਿਰਹਿ ਜਗਨਾਥਾ, ਤੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਪੜ੍ਹਦੇ ਤੁਰੇ ਜਾ ਰਹੇ ਜੀ। ਧਾਨਕ ਰੂਪ ਰਹਾ ਕਰਤਾਰ, ਧਾਨਕ ਰੂਪ ਰਹਾ ਕਰਤਾਰ। ਨਾਲੇ ਮਹਾਰਾਜ ਪੜ੍ਹਦੇ ਆ ਤੇਰਾ ਏਕ ਨਾਮ ਤਾਰੇ ਸੰਸਾਰ। ਸ਼ਬਦ ਉੱਚੀ ਉੱਚੀ ਪੜ੍ਹਦੇ ਮਹਾਰਾਜ ਜਾ ਰਹੇ ਹਨ। ਗਮਨੇ ਜਹਾਂ ਉਜਾਰ ਮਹਾਨਾ, ਇੱਕ ਥਾਂ ਤੇ ਉਜਾੜ ਸੀਗੀ ਜੀ, ਉਜਾੜ, ਆਸੇ ਪਾਸੇ ਕੋਈ ਹੋਰ ਨਹੀਂ ਸੀ। ਮਹਾਰਾਜ ਉੱਥੇ ਪਹੁੰਚੇ। ਅਪਰਮਾਨ ਮੁਖ ਤੇਜ ਦੇ ਪਾਨਾ, ਤੇ ਮਹਾਰਾਜ ਗਰੀਬ ਨਵਾਜ ਜੀ ਦੇ ਮੁਖ ਤੇ ਬੜਾ ਹੀ ਤੇਜ ਪ੍ਰਕਾਸ਼, ਮੁਖ ਵਿੱਚੋਂ ਪ੍ਰਕਾਸ਼ ਬਾਹਰ ਆ ਰਿਹਾ ਜੀ। ਹਾਂਜੀ। ਉਗਰ ਸਰੂਪ ਨ ਜਾਏ ਬਿਲੋਕੇ, ਸਨਮੁਖ ਰਵ ਜਿਉ ਦ੍ਰਿਸ਼ਟੀ ਰੋਕੇ। ਸਾਧ ਸੰਗਤ ਜੀ ਜਿਵੇਂ ਸੂਰਜ ਦੇ ਸਾਹਮਣੇ ਹੋਣ ਤੇ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਜੀ। ਆਹ ਕੋਈ ਲਾਈਟ ਹੀ ਹੈ, ਇਹਦੇ ਨੇੜੇ ਜਾ ਕੇ ਇੱਕ ਰਸ ਨਹੀਂ ਬੰਦਾ ਵੇਖ ਸਕਦਾ ਤੇ ਸੂਰਜ ਨੂੰ ਕਿਵੇਂ ਵੇਖੇਗਾ। ਕਹਿੰਦੇ ਇਸੇ ਤਰ੍ਹਾਂ ਮਹਾਰਾਜ ਤਾਂ ਸੂਰਜਾਂ ਦੇ ਸੂਰਜ ਹਨ, ਨਮੋ ਸੂਰਜ ਸੂਰਜੇ। ਕਹਿੰਦੇ ਮਹਾਰਾਜ ਜੀ ਦੇ ਵੱਲ ਜਦੋਂ ਕੋਈ ਬਹੁਤੀ ਨਿਗਾਹ ਨਾਲ ਵੇਖਦਾ ਅੱਖਾਂ ਬੰਦ ਹੋ ਜਾਂਦੀਆਂ ਨੇ। ਹਾਂਜੀ। ਇਸ ਬਿਦ ਕੇਤਿਕ ਕਾਲ ਬਿਤਾਇਓ, ਮਹਾਰਾਜ ਇਸ ਤਰੀਕੇ ਨਾਲ ਉਜਾੜ ਵਿੱਚ ਜਾ ਕੇ ਪਹੁੰਚ ਗਏ ਹਨ। ਕੁਝ ਸਮਾਂ ਲੰਘ ਗਿਆ। ਹਾਂਜੀ। ਬਚ ਲਹਿਣੇ ਕਰ ਜੋਰ ਅਲਾਇਓ, ਤੇ ਭਾਈ ਲਹਿਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਆ। ਸੁਨਹੁ ਪ੍ਰਭੂ ਜੋ ਸੰਗ ਆਰੰਭਾ, ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਇਹ ਜਿਹੜਾ ਸਾਂਗ ਤੁਸੀਂ ਆਰੰਭ ਕੀਤਾ ਮਹਾਰਾਜ, ਇਹ ਜਿਹੜੀ ਲੀਲਾ ਤੁਸੀਂ ਮਹਾਰਾਜ ਵਿਖਾ ਰਹੇ ਹੋ ਸਾਨੂੰ, ਸਰਬ ਬਿਲੋਕਤ ਭਏ ਅਚੰਬਾ। ਮਹਾਰਾਜ ਆਪ ਜੀ ਦੀ ਇਹ ਲੀਲਾ ਵੇਖ ਕੇ ਤੇ ਸਾਰੇ ਹੈਰਾਨ ਹੀ ਹੋ ਗਏ ਆ, ਅਚੰਬੇ ਹੋ ਗਏ। ਅੱਗੇ ਵੀ ਲੀਲਾ ਮਹਾਰਾਜ ਵਿਖਾਉਂਦੇ ਹੀ ਆ, ਰੁੱਖਾਂ ਨਾਲੋਂ ਮਠਿਆਈਆਂ ਝਾੜ ਦਿੰਦੇ ਆ, ਪਰ ਮਹਾਰਾਜ ਜਿਹੜੀ ਇਹ ਲੀਲਾ ਇਹਨੂੰ ਵੇਖ ਕੇ ਤੇ ਸਾਰੇ ਹੈਰਾਨ ਹੀ ਹੋ ਜਾਂਦੇ ਆ। ਹਾਂਜੀ। ਹੋਏ ਅਧੀਰਜ ਤਿਆਗਿਓ ਸਾਥਾ, ਮਹਾਰਾਜ ਇਸੇ ਕਰਕੇ ਸਿੱਖ ਧੀਰਜ ਰਹਿਤ ਹੋ ਗਏ ਆ ਤੇ ਮਹਾਰਾਜ ਕਈ ਤੇ ਸਾਥ ਛੱਡ ਕੇ ਵੀ ਚਲੇ ਗਏ ਆ। ਹਾਂਜੀ। ਅਬ ਕੋ ਦਹੀਂ ਸੰਗ ਹੈ ਨਾਥਾ, ਤੇ ਵੇਖੋ ਮਹਾਰਾਜ ਆਪ ਜੀ ਦੀ ਇਸ ਲੀਲਾ ਕਰਕੇ ਹੁਣ ਕੋਈ ਨਾਲ ਹੀ ਨਹੀਂ ਆਇਆ ਆਪਣੇ। ਹਾਂਜੀ। ਇੱਕ ਮੈਂ ਰਹਿਓ ਸੋ ਜਾਉ ਨਾ ਕਬਹੀ, ਪਰ ਮਹਾਰਾਜ ਮੈਂ ਨਹੀਂ ਜਾਣਾ ਤੁਹਾਨੂੰ ਛੱਡ ਕੇ,
ਮੈਂ ਨਹੀਂ ਜਾ ਸਕਦਾ ਤੁਹਾਨੂੰ ਛੱਡ ਕੇ। ਹਾਂਜੀ ਦੇਹੋ ਕਸੋਟੀ ਸਹਿ ਸਭ ਹੀ। ਮਹਾਰਾਜ ਤੁਸੀਂ ਜਿਹੋ ਜੀ ਮਰਜ਼ੀ ਕਸੌਟੀ ਲਾਈ ਚੱਲੋ, ਪਰ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ। ਹਾਂਜੀ ਤਨ ਮਨ ਵੇਚ ਪ੍ਰੇਮ ਲੀਏ ਮੋਲਾ। ਮਹਾਰਾਜ ਸਤਿਗੁਰੂ ਜੀ, ਮਹਾਰਾਜ ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਸੇਵਕ ਹਾਂ। ਮੁੱਲ ਖਰੀਦਿਆ ਹੋਇਆ, ਮੁੱਲ ਖਰੀਦੀ ਲਾਲਾ ਗੋਲਾ। ਕਿੰਨਾ ਪਿਆਰ ਹੋਏਗਾ ਸਤਿਗੁਰੂ ਜੀ ਦੇ ਨਾਲ। ਹਾਂਜੀ ਤਜਹੋ ਕੇ ਹਨਹੁ ਮੋਲ ਕੋ ਗੋਲਾ। ਸੱਚੇ ਪਾਤਸ਼ਾਹ ਹੁਣ ਮਰਜ਼ੀ ਤੁਹਾਡੀ ਹੈ, ਤੁਸੀਂ ਮੈਨੂੰ ਛੱਡਣਾ ਜਾਂ ਰੱਖਣਾ, ਪਰ ਮਹਾਰਾਜ ਮੈਂ ਤੇ ਮੁੱਲ ਖਰੀਦਿਆ ਹੋਇਆ, ਮੇਰੀ ਆਪਣੀ ਕੋਈ ਮਰਜ਼ੀ ਨਹੀਂ ਹੈ। ਮਾਰਿਓ ਚੌਹ ਮੁਰ ਦੀਜੈ ਮਾਰੀ। ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਤੇ ਸੱਚੇ ਪਾਤਸ਼ਾਹ ਭਾਵੇਂ ਤੁਸੀਂ ਮੈਨੂੰ ਮਾਰ ਵੀ ਦਿਓ। ਉਰ ਭਾਵੈ ਤਉ ਰਾਖ ਜਿਵਾਰੀ। ਤੇ ਜੇ ਮਹਾਰਾਜ ਮੈਨੂੰ ਰੱਖਣਾ ਚਾਹੁੰਦੇ ਹੋ ਤੇ ਸੱਚੇ ਪਾਤਸ਼ਾਹ ਮੈਨੂੰ ਰੱਖ ਵੀ ਲਓ। ਹੁਣ ਮੇਰੇ ਵਰਗਾ ਸ਼ਬਦ ਤੇ ਪੜ੍ਹ ਲੇਗਾ ਵਾਜੇ ਤੇ, ਅਬ ਹਮ ਚੱਲੀ ਠਾਕੁਰ ਪਹਿ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਪਰ ਸੰਗਤ ਦੀ ਅਵਸਥਾ ਨਹੀਂ ਹੁੰਦੀ, ਅਵਸਥਾ ਤੇ ਭਾਈ ਲਹਿਣਾ ਜੀ ਦੀ ਆ। ਵੇਖੋ ਸੱਚੇ ਮਨੋਂ ਮਹਾਰਾਜ ਨੂੰ ਕਹਿ ਰਹੇ ਆ, ਮਹਾਰਾਜ ਭਾਵੇਂ ਰੱਖਣਾ ਰੱਖ ਲੋ, ਮਾਰਨਾ ਮਾਰ ਦਿਓ। ਤੁਮਰੇ ਹਿਤ ਬਿਨਸੈ ਤਨ ਮੇਰੋ। ਕਿੰਨਾ ਪਿਆਰ ਹੈ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਹੇ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਹਾਡੇ ਕਰਕੇ ਮੇਰਾ ਸਰੀਰ ਖਤਮ ਹੋ ਜਾਵੇ, ਮੇਰੀ ਮ੍ਰਿਤਿਉ ਵੀ ਹੋ ਜਾਵੇ, ਵੱਡੇ ਭਾਗ ਆਪਣੇ ਤਬ ਹੇਰੋ। ਮਹਾਰਾਜ ਮੈਂ ਆਪਣੇ ਵੱਡੇ ਭਾਗ ਜਾਣਾਗਾ, ਮੈਂ ਆਪਣੇ ਵੱਡੇ ਭਾਗ ਜਾਣਾਗਾ। ਇਹ ਲਾਲਸ ਉਰ ਰਹਿ ਸਦਾਈ। ਮਹਾਰਾਜ ਮੇਰੇ ਸਗੋਂ ਮਨ ਵਿੱਚ ਤਾਂ ਇਹੋ ਲਾਲਸ ਹੁੰਦੀ ਹੈ, ਮੇਰੇ ਮਨ ਵਿੱਚ ਤਾਂ ਇਹੋ ਹੀ ਚਾਹ ਹੈ। ਹੇਤ ਤੁਮਾਰੇ ਤਨ ਬਿਨਸਾਈ। ਕੀ ਮਹਾਰਾਜ ਮੈਂ ਤੁਹਾਡੇ ਵਾਸਤੇ ਆਪਣਾ ਸਰੀਰ ਵੀ ਤਿਆਗ ਦਿਆਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ ਵਾਹਿਗੁਰੂ। ਕਿੰਨਾ ਵੱਡਾ ਕਿੰਨਾ ਜ਼ਿਆਦਾ ਪਿਆਰ ਹੈ ਮਹਾਰਾਜ ਨਾਲ। ਇਹ ਗੱਲਾਂ ਬਾਤਾਂ ਵਾਲਾ ਨਹੀਂ ਚਾਹੇਗਾ, ਮੇਰੇ ਵਰਗਾ ਕਥਾ ਸੁਣਾ ਕੇ ਛੁੱਟੀ। ਕਿੰਨਾ ਜ਼ਿਆਦਾ ਪਿਆਰ ਹੈ। ਹਾਂਜੀ ਹਿਰਦੇ ਨ ਭਰਮੋ ਪਿਖ ਕਬ ਕੇਹੀ, ਅਬ ਕਿਉ ਸਾਂਗ ਅਰੰਭਿਓ ਇਹੀ। ਮਹਾਰਾਜ ਕਿਰਪਾ ਕਰੋ ਮੇਰੇ ਮਨ ਵਿੱਚ ਕਦੀ ਭਰਮ ਨਾ ਪੈਦਾ ਹੋਵੇ। ਹਿਰਦੇ ਨ ਭਰਮੋ ਕਬ ਪਿਖ ਕਬ ਕੇਹੀ। ਮਹਾਰਾਜ ਤੁਹਾਡੇ ਕਈ ਰੂਪ ਵੇਖੇ, ਮੇਰੇ ਮਨ 'ਚ ਭਰਮ ਨਹੀਂ ਆਇਆ। ਤੇ ਮਹਾਰਾਜ ਪਰ ਕਿਰਪਾ ਕਰੋ, ਆਪ ਜੀ ਨੇ ਇਹ ਲੀਲਾ ਹੁਣ ਕੀ ਆਰੰਭੀ ਹੈ। ਹਾਂਜੀ ਸੁਨਤ ਸਰੋਨ ਇਸ ਦਿਸ ਕਰ ਨੈਣਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਜਦੋਂ ਸੁਣਿਆ ਤੇ ਆਪਣੇ ਨੇਤਰਾਂ ਨਾਲ ਭਾਈ ਲਹਿਣਾ ਜੀ ਦੇ ਵੱਲ ਦੇਖਿਆ। ਸੱਚੇ ਪਾਤਸ਼ਾਹ ਨੇ ਨੇਤਰ ਉਧਰ ਕੀਤੇ। ਨਰਕ ਨਿਵਾਰਨ ਬੋਲੇ ਬੈਨਾ। ਆਪਣੇ ਸੇਵਕਾਂ ਨੂੰ ਨਰਕਾਂ ਦੇ ਵਿੱਚੋਂ ਕੱਢਣ ਵਾਲੇ, ਨਰਕਾਂ ਵਿੱਚ ਨਾ ਪੈਣ ਵਾਲੇ, ਨਰਕਾਂ ਤੋਂ ਬਚਾਉਣ ਵਾਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੋਲੇ, ਇਉਂ ਹੀ ਅਬ ਹਮਰੇ ਜੀਏ ਆਈ। ਮਹਾਰਾਜ ਕਹਿੰਦੇ ਲਹਿਣਿਆ ਸਾਡੇ ਮਨ ਵਿੱਚ ਇਸ ਤਰ੍ਹਾਂ ਦੀ ਆਈ ਹੈ, ਅਸੀਂ ਇਸੇ ਤਰ੍ਹਾਂ ਹੀ ਕਰਨਾ ਹੈ। ਮਾਨਵ ਪਾਸ ਨਾ ਮੋਹੇ ਸੁਹਾਈ। ਹੁਣ ਸਾਨੂੰ ਕਿਸੇ ਮਨੁੱਖ ਨਾਲ ਕੋਈ ਕੰਮ ਨਹੀਂ ਹੈ। ਮਾਨਵ ਪਾਸ ਮੇਰਾ ਕੋਈ ਸੁਭਾਅ ਨਹੀਂ ਹੈ, ਕੋਈ ਸਾਨੂੰ ਕੰਮ ਨਹੀਂ ਹੈ। ਹਾਂਜੀ ਤੈਂ ਕਿਉਂ ਅਬਹਿ ਬਿਲੰਬ ਲਗਾਈ। ਮਹਾਰਾਜ ਨੇ ਦ੍ਰਿਸ਼ਟੀ ਪਾ ਕੇ ਕਿਹਾ, ਮਹਾਰਾਜ ਕਹਿੰਦੇ ਲਹਿਣਿਆ ਤੂੰ ਕਿਉਂ ਦੇਰੀ ਲਾਈ ਹੈ। ਹਾਂਜੀ ਹਟਹੋ ਸੰਗ ਤੇ ਜਾਹੋ ਭਲਾਈ। ਸਾਡਾ ਸੰਗ ਛੱਡ ਦੇ ਤੇ ਸਾਡੇ ਨਾਲੋਂ ਦੂਰ ਚਲੇ ਜਾ, ਸਾਡੇ ਤੋਂ ਦੂਰ ਚਲੇ ਜਾ। ਬਚਨ ਮਾਨ ਨਹਿ ਨਿਕਟ ਰਹੀ ਜੈ। ਮਹਾਰਾਜ ਨੇ ਦ੍ਰਿਸ਼ਟੀ ਪਾਈ ਹੋਈ ਹੈ ਤੇ ਦ੍ਰਿਸ਼ਟੀ ਪਾ ਕੇ ਕਹਿ ਰਹੇ ਲਹਿਣਿਆ ਸਾਡੇ ਲਾਗੇ ਨਾ ਖਲੋ, ਦੂਰ ਚਲੇ ਜਾ। ਸਾਥ ਛੋੜ ਕੇ ਗਮਨ ਕਰੀ ਜੈ। ਸਾਥ ਛੱਡ ਦੇ ਤੇ ਸਾਡਾ ਸਾਥ ਛੱਡ ਕੇ ਇੱਥੋਂ ਚਲੇ ਜਾ। ਵੇਖੋ ਉਜਾੜ ਵਿੱਚ ਸਤਿਗੁਰੂ ਖਲੋਤੇ ਬਚਨ ਕਰ ਰਹੇ ਹਨ। ਸੁਣ ਲਹਿਣੇ ਵਿਚਾਰ ਕਰ ਜੋਰੇ। ਲਹਿਣਾ ਜੀ ਨੇ ਵਿਚਾਰ ਕੀਤੀ, ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਗੁਰੂ ਰਜਾਏ ਅਮੋਰ ਸੋ ਮੋਰੇ। ਕਹਿਣ ਲੱਗੇ ਮਹਾਰਾਜ ਤੁਹਾਡੀ ਰਜਾ ਨੂੰ ਮੈਂ ਮੋੜ ਨਹੀਂ ਸਕਦਾ। ਕਿੰਨਾ ਪਿਆਰ ਹੋਏਗਾ।
ਅਰਦਾਸ ਕਰੋ ਸਤਿਗੁਰੂ ਅੱਗੇ, ਮਹਾਰਾਜ ਆਪ ਕਿਰਪਾ ਕਰ ਦਿਓ, ਇਹ ਪਿਆਰ ਦਾ ਕਿਣਕਾ ਸਾਨੂੰ ਦੇ ਦਿਓ। ਲਹਿਣਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਂ ਤੁਹਾਡਾ ਹੁਕਮ ਮੋੜ ਨਹੀਂ ਸਕਦਾ। ਸਿਰ ਪਰ ਧਰੋ ਸਦਾ ਮੈਂ ਆਛੇ। ਜੋ ਤੁਸੀਂ ਕਹੋ ਮੈਂ ਉਹਨੂੰ ਆਪਣੇ ਹਿੱਤ ਵਿੱਚ ਮੰਨ ਕੇ ਸਿਰ ਤੇ ਰੱਖਦਾ, ਉਹ ਗੱਲ ਮੰਨਦਾ ਹਾਂ। ਅਸ ਕਹਿ ਗਮਨਿਓ ਲਹਿਣਾ ਪਾਛੇ। ਇਹ ਕਹਿ ਕੇ ਤੇ ਲੈਣਾ ਜੀ ਪਿੱਛੇ ਚਲੇ ਗਏ ਜੀ, ਥੋੜਾ ਪਛਾਂ ਹਟ ਗਏ। ਹਾਂਜੀ। ਪ੍ਰਭੂ ਬਿਲੋਕ ਤਾਹੇ ਕੀ ਓਰੀ। ਮਹਾਰਾਜ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਾਂਦਿਆਂ ਵੇਖਿਆ ਲੈਣਾ ਜੀ ਨੂੰ। ਹਾਂਜੀ। ਕਹਿਓ ਕਿ ਉਚਰੈ ਬਚਨ ਬਹੋਰੀ। ਤੇ ਮਹਾਰਾਜ ਨੇ ਜਾਂਦਿਆਂ ਨੂੰ ਵੇਖ ਕੇ ਨਾ ਫਿਰ ਬਚਨ ਕੀਤਾ ਲਹਿਣਾ ਜੀ ਦੇ ਨਾਲ। ਹਾਂਜੀ। ਹਟ ਜੇ ਪਿਖੈ ਨੈਣ ਇਤ ਲਾਵੈ, ਤਉ ਤੂੰ ਆਪਣਾ ਕੀਤਾ ਪਾਵੈ। ਮਹਾਰਾਜ ਕਹਿੰਦੇ ਲੈਣਿਆ ਹੁਣ ਜੇ ਤੂੰ ਪਿੱਛੇ ਮੁੜ ਕੇ ਸਾਡੇ ਵੱਲ ਵੇਖਿਆ ਤੇ ਆਪਣਾ ਕੀਤਾ ਆਪ ਹੀ ਪਾਵੇਂਗਾ ਫਿਰ। ਹਾਂਜੀ। ਠਾਂਡ ਨਾ ਹੋਇਆ ਹਮਰੇ ਨੇਰੇ। ਠਾਂਡ ਨਾ ਹੋਈਐ ਹਮਰੇ ਨੇਰੇ। ਮਹਾਰਾਜ ਕਹਿੰਦੇ ਸਾਡੇ ਨੇੜੇ ਵੀ ਖੜਾ ਨਾ ਹੋ ਹੋਣਾ। ਹਾਂਜੀ। ਭਾਜੇ ਜਹੋ ਨਾ ਆਵਹੋ ਫੇਰੇ। ਭਾਜੇ ਜਹੋ ਨਾ ਆਵਹੋ ਫੇਰੇ। ਭਾਜੀ ਜਾ ਮਹਾਰਾਜ ਕਹਿੰਦੇ। ਕੈਸਾ ਰੂਪ ਹੈ, ਕੈਸੀ ਲੀਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੰਗਤ ਜੀ ਗੁਰੂ ਸਾਹਿਬ ਦੀ ਹਰ ਲੀਲਾ ਚ ਰਾਜੀ ਰਹਿਣਾ ਚਾਹੀਦਾ ਹੈ। ਹਾਂਜੀ। ਬਚਨ ਸੁਨਤ ਲਹਿਣਾ ਤਬ ਧਾਇਓ। ਸੁਣ ਕੇ ਬਚਨ ਤੇ ਭਾਈ ਲਹਿਣਾ ਜੀ ਉਸੇ ਵੇਲੇ ਵਾਪਸ ਚਲੇ ਗਏ। ਪਾਛੈ ਕੋ ਨਹ ਨੈਕ ਲਖਾਇਓ। ਤੇ ਪਾਛੇ ਕੋ ਨਹ ਨੈਕ ਲਖਾਇਓ। ਪਿਛਲੇ ਪਾਸੇ ਫਿਰ ਦੁਬਾਰਾ ਨਹੀਂ ਵੇਖਿਆ ਜੀ, ਬਸ ਚੁੱਪ ਕਰਕੇ ਤੁਰ ਪਏ। ਹੁਕਮ ਵੀ ਮੰਨਣਾ ਜ਼ਰੂਰੀ ਹੈ। ਹਾਂਜੀ। ਰਾਰ ਮਾਹੇ ਜਿਉ ਭਾਜੀ ਸੈਨੰ। ਤੇ ਜਿਵੇਂ ਜੰਗ ਵਿੱਚ ਫੌਜ ਭੱਜ ਉੱਠਦੀ ਹੈ ਨਾ, ਕਵੀ ਸੰਤੋਖ ਸਿੰਘ ਜੀ ਦੱਸਦੇ ਆ, ਸਭ ਕਟ ਗਈ ਆਇਓ ਸੁਧ ਦੈਨੰ। ਜਿਵੇਂ ਸਾਰੀ ਫੌਜ ਮਰ ਗਈ ਹੋਵੇ ਤੇ ਖਬਰ ਦੇਣ ਲਈ ਕੋਈ ਭੱਜਿਆ ਹੁੰਦਾ, ਇਸੇ ਤਰ੍ਹਾਂ ਭਾਈ ਲਹਿਣਾ ਜੀ ਭੱਜ ਗਏ ਵਾਪਸ ਜੀ। ਮਾਫ ਕਰਿਓ ਬਾਹਰੀ ਤੌਰ ਤੇ ਸ਼ਬਦ ਕਹਿਣਾ ਪੈ ਰਿਹਾ, ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਦ੍ਰਿਸ਼ਟਾਂਤ ਐਸਾ ਲਿਖਿਆ। ਪਰ ਭਾਈ ਲਹਿਣਾ ਜੀ ਵਾਪਸ ਆਉਣ ਨੂੰ ਤੇ ਜਿੱਤ ਨਹੀਂ ਕਰਦਾ, ਪਰ ਗੁਰੂ ਦਾ ਹੁਕਮ ਮੰਨਣਾ ਹੀ ਸਿੱਖੀ ਹੈ। ਤਿਉ ਲਹਿਣਾ ਦੌਰੇ ਪੁਰ ਆਵਾ। ਲਹਿਣਾ ਜੀ ਦੌੜ ਕੇ ਆ ਕੇ ਆਪਣੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਵਾਪਸ ਆ ਗਏ। ਮਗ ਮਹਿ ਠਾਂਡ ਨਾ ਹੂੰ ਰਹਾਵਾ। ਮਗ ਮੈਂ ਠਾਂਡ ਨਾ ਕਹੂੰ ਰਹਾਵਾ। ਸੰਗਤ ਜੀ ਰਸਤੇ 'ਚ ਕਿਤੇ ਨਹੀਂ ਖਲੋਤੇ, ਨਾ ਪਿੱਛੇ ਮੁੜ ਕੇ ਵੇਖਿਆ ਜੀ। ਹਾਂਜੀ। ਕਿਤਕ ਸਿੱਖ ਬੈਠੇ ਪੁਰ ਮਾਹੀ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਪਹੁੰਚੇ, ਕੁਝ ਸਿੱਖ ਧਰਮਸ਼ਾਲਾ ਵਿੱਚ ਬੈਠੇ ਸਨ ਜੀ, ਇਕੱਠੇ ਹੋ ਕੇ ਵਿਚਾਰ ਕਰ ਰਹੇ ਸਨ। ਪਤਾ ਨਹੀਂ ਮਹਾਰਾਜ ਕੈਸੀ ਖੇਡ ਖੇਡ ਰਹੇ ਆ। ਹਾਂਜੀ। ਜਿਨ ਕੋ ਮੋਹ ਸਦਨ ਧਨ ਨਾਹੀ। ਸਾਧ ਸੰਗਤ ਜੀ ਜਿਨ੍ਹਾਂ ਦਾ ਘਰ ਅਤੇ ਧਨ ਨਾਲ ਕੋਈ ਮੋਹ ਨਹੀਂ ਸੀ, ਉਹ ਸਾਰੇ ਸਿੱਖ ਉੱਥੇ ਬੈਠੇ ਹੋਏ ਸਨ। ਹਾਂਜੀ। ਸੋ ਲਹਿਣੇ ਕੇ ਟਿਗ ਚੱਲ ਆਏ। ਉਹਨਾਂ ਵੇਖਿਆ ਲਹਿਣਾ ਜੀ ਵਾਪਸ ਆਏ ਆ, ਉਹ ਇਕੱਠੇ ਹੋ ਕੇ ਭਾਈ ਲਹਿਣਾ ਜੀ ਦੇ ਕੋਲ ਆਏ। ਪੁੱਛਤ ਕਸ ਤਬ ਹਾਲ ਬਿਹਾਏ। ਕਹਿਣ ਲੱਗੇ, ਦੱਸ ਭਾਈ ਤੂੰ ਨਾਲ ਗਿਆ ਸਾਂ, ਤੇਰੇ ਨਾਲ ਕੀ ਬੀਤੀ ਹੈ। ਹਾਂਜੀ। ਸ਼ਰਮ ਸੀਕਰ ਆਨਨ ਪਰ ਆਏ। ਥਕਾਵਟ ਕਰਕੇ ਤੇਰੇ ਚਿਹਰੇ ਤੇ ਵੇਖ ਪਸੀਨੇ ਦੀਆਂ ਬੂੰਦਾਂ ਇਕੱਠੀਆਂ ਹੋਈਆਂ। ਹਾਂਜੀ। ਚੜਿਓ ਸਵਾਸ ਕਿਉਂ ਐਸੇ ਧਾਏ। ਔਰ ਸਾਹ ਨਾ ਸਾਹ ਮਿਲ ਨਹੀਂ ਰਿਹਾ, ਸਾਹ ਚੜਿਆ ਹੋਇਆ ਬੜਾ। ਹਾਂਜੀ। ਦੀਜੈ ਸੁਧ ਸ੍ਰੀ ਗੁਰ ਕੀ ਜੈਸੀ। ਭਾਈ ਲਹਿਣਾ ਜੀ ਸਾਨੂੰ ਸਤਿਗੁਰੂ ਜੀ ਦੀ ਸੁਧ ਦਿਓ, ਮਹਾਰਾਜ ਕਿੱਥੇ ਹਨ। ਤੁਝ ਸੋ ਵਰਤੀ ਕਹੀਐ ਕੈਸੀ। ਤੁਹਾਡੇ ਨਾਲ ਕੀ ਵਰਤਾਰਾ ਵਰਤਿਆ, ਸਾਨੂੰ ਇਹ ਗੱਲ ਦੱਸੋ। ਸੁਣ ਲਹਿਣੇ ਸਭ ਸਿੱਖ ਬਿਠਾਰੇ। ਭਾਈ ਲਹਿਣਾ ਜੀ ਨੇ ਸਾਰੇ ਸਿੱਖ ਬਿਠਾਏ ਜੀ ਫਿਰ, ਤੇ ਸਾਰਿਆਂ ਨੂੰ ਬਿਠਾ ਕੇ ਹਿਤ ਸੋ ਤਿਨ ਕੇ ਚਰਨ ਪਖਾਰੇ। ਤੇ ਬੜੇ ਪਿਆਰ ਨਾਲ ਇਹ ਗੱਲ ਕਹਿਣ ਲੱਗੇ, ਸਾਰੇ ਸਿੱਖਾਂ ਨੂੰ ਪਿਆਰ ਨਾਲ ਕਹਿੰਦੇ ਆ। ਹਾਂਜੀ। ਲੱਗੇ ਉਹ ਸਮੋਦ ਕਰਨ ਗਤਵਾਨੀ। ਮਰਦਲ ਮਧੁਰ ਕਹਿ ਸੀਤਲ ਬਾਨੀ। ਬੜੇ ਮਿੱਠੇ ਬਚਨਾਂ ਵਿੱਚ ਸਿੱਖਾਂ ਨੂੰ ਨਾ ਭਾਈ ਲਹਿਣਾ ਜੀ ਹੁਣ ਸਿੱਖਿਆ ਦੇਣ ਲੱਗੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ। ਸੰਗਤ ਜੀ ਇਹ ਬਚਨ ਬੜੇ ਧਿਆਨ ਨਾਲ ਸੁਣਨ ਵਾਲੇ ਆ।
क्योंकि जिथे साखी है उथे सिखिया भी है। सारे सिख बैठे, भाई लैणा जी विचकार बैठे आ। सिख थके सन चरण धोते ते हुण प्यार नाल बचन सुनाउण लगे आ। महाराज सच्चे पातशाह दे बड़े ध्यान नाल सुनियो। दोहरा कली काल नर तार बे रूप धरा करतार। कहन लगे सिखो, कल युग दे विच ਮਨੁੱਖਾਂ ਨੂੰ ਤਾਰਨ ਵਾਸਤੇ ਮਹਿਮਾ ਕਰਤਾਰ ਨੇ ਆਪ ਹੀ ਇਹ ਰੂਪ ਧਾਰਨ ਕੀਤਾ ਹੈ। ਮਨੁੱਖਾਂ ਨੂੰ ਤਾਰਨ ਵਾਸਤੇ, ਸਾਨੂੰ ਤਾਰਨ ਵਾਸਤੇ। ਤੇ ਨਾਮ ਮਹਾਰਾਜ ਨੇ ਆਪਣਾ ਧੰਨ ਗੁਰੂ ਨਾਨਕ ਸਾਹਿਬ ਜੀ ਰਖਾਇਆ। ਹਾਂਜੀ। ਨਹਿ ਮਾਨੁਖ ਸਮ ਜਾਣ ਕੈ ਭਰਮ ਹੋ ਹਿਰਦੇ ਮਝਾਰ। ਬਸ ਅੱਜ ਇਤਿਹਾਸ ਦੀ ਕਥਾ ਸੁਣਦਿਆਂ ਕਰਦਿਆਂ ਜਿਹੜੇ ਸ਼ੰਕਾ ਕਰਦੇ ਆ, ਇਹੋ ਹੀ ਪੰਗਾ ਪੈਂਦਾ ਹੈ, ਇਹੋ ਹੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਜਿਹੜੀ ਭਾਈ ਲਹਿਣਾ ਜੀ ਮਨਾਂ ਚੋਂ ਕੱਢ ਰਹੇ ਆ। ਪਤਾ ਕੀ ਕਹਿੰਦੇ ਆ? ਕਹਿੰਦੇ ਸਿੱਖੋ, ਮੇਰੇ ਗੁਰੂ ਨਾਨਕ ਸਾਹਿਬ ਨੂੰ ਮਨੁੱਖ ਨਾ ਸਮਝਿਓ, ਕਿਤੇ ਮਨੁੱਖਾਂ ਵਰਗਾ ਨਾ ਸਮਝਿਓ, ਤੇ ਮਨੁੱਖ ਸਮਝ ਕੇ ਕਿਤੇ ਭੁਲੇਖੇ ਵਿੱਚ ਨਾ ਪੈ ਜਾਇਓ ਵੀ ਮਹਾਰਾਜ ਕਿਹੋ ਜਿਹਾ ਰੂਪ ਬਣਾ ਲਿਆ। ਕਈਆਂ ਦੇ ਮਨ 'ਚ ਭਰਮ ਪੈਦਾ ਹੋ ਗਿਆ ਸੀ ਨਾ। ਹੁਣ ਵੀ ਜਦੋਂ ਕਥਾ ਹੁੰਦੀ ਹੈ, ਕਈ ਕਹਿੰਦੇ ਕਿਵੇਂ ਹੋ ਸਕਦਾ? ਕਿਉਂ? ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੂੰ ਮਨੁੱਖ ਹੀ ਸਮਝਦੇ ਆ। ਹਾਂਜੀ। ਚੌਪਈ ਸ੍ਰੀ ਪਰਮੇਸ਼ਰ ਕੋ ਅਵਤਾਰ। ਭਾਈ ਮਹਾਰਾਜ ਤਾਂ ਸ਼੍ਰੀ ਪਰਮੇਸ਼ਰ ਦੇ ਅਵਤਾਰ ਹਨ। ਪਰ ਨਾ ਲਖੋ ਸੋ ਮੋਖ ਉਦਾਰਾ। ਹੋਰ ਨਹੀਂ ਕੋਈ ਮੁਕਤੀ ਦਾਤਾ ਇਸ ਸਮੇਂ ਧਰਤੀ ਤੇ ਹੈ। ਜੇ ਕੋਈ ਮੁਕਤੀ ਦੇ ਸਕਦੇ ਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਕਦੇ ਆ। ਸਰਬ ਨਰਨ ਕੇ ਪਰਖਨ ਹੇਤਾ। ਬਾਕੀ ਇਹ ਤੇ ਸਾਰੇ ਮਨੁੱਖਾਂ ਨੂੰ ਪਰਖਣ ਵਾਸਤੇ ਠਟਿਓ ਸਾਂਗ ਬੇਦੀ ਕੁਲ ਕੀਤਾ। ਮਹਾਰਾਜ ਨੇ ਲੀਲਾ ਰਚੀ ਹੈ, ਲੀਲਾ ਕਰ ਰਹੇ ਆ ਮਹਾਰਾਜ ਪਰਖਣ ਵਾਸਤੇ ਸਾਨੂੰ ਸਾਰਿਆਂ ਨੂੰ। ਹਾਂਜੀ। ਹਮ ਤੁਮ ਵੇਚਿਓ ਜੀਵ ਅਗਾਰੀ। ਹਾਂਜੀ। ਚਾਹੇ ਰਾਖੈ ਭਾਵੇਂ ਮਾਰੀ। ਤੇ ਵੇਖ ਲਓ ਭਾਈ ਲਹਿਣਾ ਜੀ ਸਾਰਿਆਂ ਨੂੰ ਸਿੱਖਿਆ ਦਿੰਦੇ, ਕਹਿੰਦੇ ਭਾਈ ਅਸੀਂ ਤੁਸੀਂ ਤਾਂ ਜੀਵ ਸਾਰੇ ਵਿਕੇ ਹੋਏ ਆ ਸਤਿਗੁਰੂ ਅੱਗੇ। ਭਾਵੇਂ ਮਹਾਰਾਜ ਸਾਨੂੰ ਚਾਹੇ ਰੱਖਣ ਚਾਹੇ ਮਾਰ ਦੇਣ, ਉਹਨਾਂ ਦੀ ਇੱਛਾ ਹੈ। ਹਾਂਜੀ। ਜਿਨ ਕੋ ਦੇ ਚੁਕੇ ਸਰਬੰਸਾ। ਭਾਈ ਇੱਕ ਵਾਰ ਜਿਹਨੂੰ ਸਰਬਸ ਹੀ ਆਪਣਾ ਦੇ ਦਈਏ, ਜਿਹਨੂੰ ਸਾਰਾ ਸਰਬੰਸ ਦੇ ਦਈਏ, ਪੁਨ ਤਿਨ ਕੇ ਕ੍ਰਿਤ ਮੈਂ ਕਿਆ ਸੰਸਾ। ਫਿਰ ਉਹਦੇ ਕੰਮ 'ਚ ਸ਼ੱਕ ਨਹੀਂ ਕਰੀਦਾ, ਭਰਮ ਨਹੀਂ ਕਰੀਦਾ। ਅਰਦਾਸ ਕਰਿਓ ਮਹਾਰਾਜ ਸ਼ੰਕਾ ਨਾ ਪੈਦਾ ਹੋ ਜੇ ਮਨ 'ਚ, ਸ਼ਰਧਾ ਰਵੇ ਸਦਾ। ਹਾਂਜੀ। ਅਬ ਜੇ ਸ਼੍ਰੀ ਗੁਰ ਇਤ ਦੇਸ਼ ਆਵੈ। ਕਹਿਣ ਲੱਗੇ ਭਾਈ ਜੇ ਹੁਣ ਮਹਾਰਾਜ ਇਸ ਪਾਸੇ ਆਉਣ ਨਾ, ਹਾਂਜੀ, ਔਰ ਸਾਂਗ ਕਰਕੇ ਦਿਖ ਰਾਵੈ। ਤੇ ਜੇ ਮਹਾਰਾਜ ਹੁਣ ਕੋਈ ਹੋਰ ਸਾਂਗ ਰਚ ਕੇ ਸਾਨੂੰ ਵਿਖਾਉਣ, ਕੋਈ ਹੋਰ ਲੀਲਾ ਕਰਨ ਮਹਾਰਾਜ, ਪਰਮੋਹ ਨਹਿ ਕੈਸੀ ਵਿਧ ਹੋਏ। ਤੇ ਫਿਰ ਸਿੱਖੋ ਮੇਰੇ ਪਿਆਰਿਓ, ਮੇਰੇ ਭਰਾਵੋ, ਬਸ ਇੱਕ ਗੱਲ ਦੀ ਚਿੰਤਾ ਰੱਖਿਓ ਵੀ ਸਾਡੇ ਮਨ 'ਚ ਸ਼ਰਧਾ ਰਵੇ, ਸ਼ੰਕਾ ਨਾ ਪੈਦਾ ਹੋਵੇ, ਕਿਤੇ ਭਰਮ 'ਚ ਨਾ ਪੈ ਜਿਓ। ਹਾਂਜੀ। ਸੀਸ ਜਾਏ ਜਾਵਨ ਦੇਹੋ ਸੋਏ। ਵਾਹ ਵਾਹ ਵਾਹ। ਵੇਖੋ ਭਾਈ ਲਹਿਣਾ ਜੀ ਕੀ ਕਹਿ ਰਹੇ, ਕਹਿੰਦੇ ਸਿਰ ਵੀ ਜਾਂਦਾ ਹੈ ਨਾ ਤੇ ਜਾਣ ਦਿਓ, ਪਰ ਗੁਰੂ ਨਾਨਕ ਸਾਹਿਬ ਤੇ ਸ਼ੰਕਾ ਨਾ ਕਰਿਓ, ਸ਼ੰਕਾ ਨਾ ਕਰਿਓ। ਸਿਰ ਜਾਂਦਾ ਹੈ ਜਾ ਲੈਣ ਦਿਓ। ਹਾਂਜੀ। ਭਈ ਆਦਤੇ ਪਰਖਨ ਰੀਤੀ। ਸ਼ੁਰੂ ਤੋਂ ਹੀ ਜਿਹੜੇ ਰਿਖੀ ਮੁਨੀ ਹੈ ਉਹ ਆਪਣੇ ਸੇਵਕਾਂ ਨੂੰ, ਪਿਆਰਿਆਂ ਨੂੰ ਪਰਖਦੇ ਰਹੇ ਆ। ਹਾਂਜੀ। ਸ਼੍ਰੀ ਗੁਰ ਇਹ ਕੁਛ ਨਈ ਨਾ ਕੀਤੀ। ਤੇ ਗੁਰੂ ਸਾਹਿਬ ਨੇ ਕੁਝ ਨਵੀਂ ਥੋੜੀ ਰੀਤੀ ਕੀਤੀ ਹੈ ਵੀ ਮਹਾਰਾਜ ਨਵਾਂ ਪਰਖਣ ਲੱਗੇ ਆ, ਸ਼ੁਰੂ ਤੋਂ ਪਰਖਦੇ ਰਹੇ। ਹਾਂਜੀ। ਗਾਦ ਤਨੇ ਪਰਖਿਓ ਹਰ ਚੰਦਾ। ਕਹਿਣ ਲੱਗੇ ਜਿਵੇਂ ਗਾਂਧ ਦੇ ਪੁੱਤਰ ਵਿਸ਼ਵਾਮਿੱਤਰ ਨੇ ਰਾਜੇ ਹਰੀ ਚੰਦਰ ਦੀ ਪ੍ਰੀਖਿਆ ਲਈ ਸੀ। ਬੜੀ ਵੱਡੀ ਸਾਖੀ ਹੈ, ਜਿਵੇਂ ਰਾਜਾ ਹਰੀਸ਼ ਚੰਦਰ ਦੀ ਪ੍ਰੀਖਿਆ ਹੋਈ ਸੀ। ਪਰ ਸੱਤ ਨਾ ਡਿੱਗਿਓ,
ਲਹਿਓ ਪਰਮ ਆਨੰਦਾ। ਹਰੀਸ਼ ਚੰਦਰ ਰਾਜਾ ਆਪਣੇ ਸੱਤ ਤੋਂ ਨਹੀਂ ਸੀ ਡਿੱਗਿਆ। ਆਪਣੇ ਪੁੱਤਰ ਦੇ ਸੰਸਕਾਰ ਵਾਸਤੇ ਆਪਣੀ ਪਤਨੀ ਕੋਲੋਂ ਉਹਨੇ ਸਾਧ ਸੰਗਤ ਜੀ ਪੈਸੇ ਮੰਗ ਲਏ ਸਨ ਵੀ ਪਹਿਲਾਂ ਕੁਝ ਰੱਖ ਤੇ ਫਿਰ ਸੰਸਕਾਰ ਕਰਨ ਦਿਆਂਗਾ। ਬੜੀ ਵੱਡੀ ਸਾਖੀ ਹੈ। ਜਿਵੇਂ ਹਰੀਸ਼ ਚੰਦਰ ਰਾਜਾ ਆਪਣੇ ਪ੍ਰਣ ਤੋਂ ਨਹੀਂ ਡਿੱਗਿਆ, ਆਪਣੇ ਸੱਤ ਤੋਂ ਨਹੀਂ ਡਿੱਗਿਆ। ਹੇਤ ਕਪੋਤ ਮਾਸ ਨਿਜ ਦੀਨਾ, ਤ੍ਰਿਤ ਧਰ ਤਬ ਨ੍ਰਿਪ ਪਦ ਸੁਖ ਲੀਨਾ। ਤੇ ਸ਼ਿਵ ਜੀ ਰਾਜੇ ਨੇ ਕਬੂਤਰ ਵਾਸਤੇ ਆਪਣਾ ਨਿੱਜੀ ਮਾਸ ਵੀ ਦਿੱਤਾ ਸੀਗਾ, ਪਰ ਉਹਨੇ ਸੱਤ ਰੱਖਿਆ। ਦੱਸਿਆ ਸੀ ਵੀ ਇਹ ਪੱਟ ਦਾ ਮਾਸ ਖਾਂਦਾ, ਦਿੱਤਾ ਰਾਜੇ ਨੇ। ਤੇ ਧੀਰਜ ਧਾਰ ਕੇ ਫਿਰ ਉਹਨੇ ਰਾਜੇ ਦੀ ਪਦਵੀ ਤੇ ਸੁੱਖ ਲਿਆ ਸੀ, ਉਹ ਡੋਲਿਆ ਨਹੀਂ ਸੀ। ਮੋਰ ਧੁਜ ਨ੍ਰਿਪ ਭਗਤ ਮਤ ਭੀਨੀ। ਜਿਵੇਂ ਰਾਜਾ ਮੋਰ ਧੁਜ ਰਾਜਾ ਹੋਇਆ, ਇਹਦੀ ਮਤ ਹਮੇਸ਼ਾ ਭਗਤੀ ਵਿੱਚ ਭਿੱਜੀ ਰਹਿੰਦੀ ਸੀਗੀ। ਹਾਂਜੀ, ਸਹੀ ਕਸੋਟੀ ਜੋ ਪ੍ਰਭ ਦੀਨੀ। ਪਰਮੇਸ਼ਰ ਨੇ ਕਸੌਟੀ ਵੀ ਲਾਈ ਉਹਨੂੰ, ਪਰ ਰਾਜਾ ਮੋਰ ਧੁਜ ਨੇ ਉਹ ਕਸੌਟੀ ਸਹਿ ਲਈ। ਬੜੀਆਂ ਲੰਮੀਆਂ ਲੰਮੀਆਂ ਕਥਾਵਾਂ ਨੇ, ਜੇ ਸਮਾਂ ਕਰਨ ਲੱਗ ਪਏ, ਇੱਧਰ ਲਾਉਣ ਲੱਗ ਪਏ, ਕਥਾ ਸੁਣਾਉਣ ਲੱਗ ਪਏ, ਸਮਾਂ ਬੜਾ ਲੱਗ ਜਾਣਾ। ਹਾਂਜੀ, ਔਰ ਕਥਾ ਕਹਿ ਬਹੁ ਸਮਝਾਏ। ਭਾਈ ਲਹਿਣਾ ਜੀ ਨੇ ਇਸ ਤਰੀਕੇ ਨਾਲ ਆਪਣੇ ਪਿਆਰਿਆਂ ਨੂੰ ਹੋਰ ਕਥਾ ਸੁਣਾਈ। ਹਾਂਜੀ, ਤੀਨ ਮਹੂਰਤ ਤਬੈ ਬਿਤਾਏ। ਤੇ ਕੀ ਸਿੱਖਿਆ ਦਿੱਤੀ? ਕਥਾ ਇਹ ਸੁਣਾਈ, ਜੇ ਸਿਰ ਵੀ ਜਾਂਦਾ ਤੇ ਜਾਣ ਦਿਓ, ਪਰ ਗੁਰੂ ਨਾਨਕ ਸਾਹਿਬ ਤੇ ਸ਼ੰਕਾ ਨਾ ਕਰਿਓ। ਪਿਆਰਿਓ, ਸ਼ੰਕਾ ਨਾ ਕਰਿਓ। ਸ਼ੰਕਾ ਕੰਮ ਵਿਗਾੜ ਦਿੰਦਾ ਹੈ, ਸ਼ਰਧਾ ਕੰਮ ਸਵਾਰ ਦਿੰਦੀ ਹੈ। ਸ਼ੰਕਾ ਵਿਗਾੜਦਾ, ਸ਼ਰਧਾ ਸਵਾਰਦੀ ਹੈ। ਸ਼ੰਕਾ ਗੁਰੂ ਤੋਂ ਦੂਰ ਲੈ ਜਾਂਦਾ, ਸ਼ਰਧਾ ਸਤਿਗੁਰੂ ਜੀ ਦੇ ਨੇੜੇ ਲੈ ਆਉਂਦੀ ਹੈ, ਭਰੋਸਾ ਨੇੜੇ ਲੈ ਕੇ ਆਉਂਦਾ। ਇਸ ਤਰੀਕੇ ਨਾਲ ਬਚਨ ਕਰਦੇ ਆ। ਤਿੰਨ ਪਹਿਰ ਜਿਹੜੇ ਹੈ, ਵਾਹਿਗੁਰੂ ਤੀਨ ਮਹੂਰਤ ਜਬੈ ਬਿਤਾਏ। ਸਾਧ ਸੰਗਤ ਜੀ, ਤਿੰਨ ਪਹਿਰ ਜਿਹੜੇ ਹੈ, ਮਹੂਰਤ ਸਮਾਂ, ਤਿੰਨ ਘੜੀਆਂ ਮਹੂਰਤ ਜਦੋਂ ਲੰਘ ਗਈਆਂ, ਤੇਹ ਛਿਨ ਚੱਲ ਆਏ ਸ੍ਰੀ ਨਾਨਕ। ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆ ਗਏ ਉੱਥੇ। ਹਾਂਜੀ, ਉਠੇ ਸਿੱਖ ਅਵਲੋਕ ਅਚਾਨਕ। ਹੁਣ ਬਚਨ ਸੁਣੇ ਸਨ, ਸਿੱਖਾਂ ਦੇ ਮਨ 'ਚ ਸ਼ਰਧਾ ਪੈਦਾ ਹੋਈ ਸੀਗੀ। ਬਚਨ ਵੀ ਕਿਸੇ ਅਧੂਰੇ ਕੋਲੋਂ ਥੋੜੀ ਸੁਣੇ। ਭਾਈ ਲਹਿਣਾ ਜੀ ਪੂਰਨ ਸਿੱਖ ਨੇ, ਤੇ ਸਾਰੇ ਸਿੱਖ ਮਹਾਰਾਜ ਦੇ ਦਰਸ਼ਨ ਕਰਕੇ ਉੱਠ ਖਲੋਤੇ, ਹੱਥ ਜੋੜੇ। ਬੰਦਹਿ ਹਾਥ ਬੰਦ ਨਾ ਕਰਹੀ। ਹੱਥ ਜੋੜ ਕੇ ਨਮਸਕਾਰ ਕੀਤੀ ਸਾਰੇ ਸਿੱਖਾਂ ਨੇ ਮਹਾਰਾਜ ਜੀ ਨੂੰ। ਭੈ ਅਚਰਜ ਜੁਤ ਬਚ ਨਾ ਉਚਰਹੀ। ਪਰ ਡਰ ਰਹੇ ਆ ਸਾਰੇ, ਤੇ ਡਰਦਿਆਂ ਨਾ ਕੋਈ ਬਚਨ ਨਹੀਂ ਕਰਦਾ ਮਹਾਰਾਜ ਨਾਲ। ਹਾਂਜੀ, ਗੁਰ ਕੇ ਕਟ ਮਹਿ ਤਾਂਬਰ ਕੁਪੀਨੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੱਕ ਨਾਲ ਲਾਲ ਰੰਗ ਦੀ ਲੰਗੋਟੀ ਵੱਜੀ ਹੋਈ ਹੈ। ਹਾਂਜੀ, ਕੁਲਹ ਸੀਸ ਪਰ ਕੁਤਕਾ ਲੀਨੰ। ਸਿਰ ਤੇ ਸਾਧ ਸੰਗਤ ਜੀ ਕੁਲਹਾ ਪਾਇਆ ਹੈ, ਹੱਥ ਵਿੱਚ ਮਹਾਰਾਜ ਨੇ ਕੁਤਕਾ ਭਾਵ ਡੰਡਾ ਲਿਆ ਹੈ। ਇਹ ਰੂਪ ਮਹਾਰਾਜ ਜੀ ਨੇ ਆਪਣਾ ਬਣਾਇਆ ਹੈ। ਔਰ ਦਕੂਲ ਨ ਉਪਰ ਕੋਈ। ਹੋਰ ਕੋਈ ਵਸਤਰ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਧਾਰਨ ਕੀਤਾ ਹੋਇਆ। ਜਿਨ ਬਹੁ ਨਰ ਕੀ ਦੁਰਮਤ ਖੋਈ। ਮੇਰੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਣਿਆਂ ਦੀ ਭੈੜੀ ਮਤ ਦੂਰ ਕੀਤੀ ਹੈ। ਹਾਂਜੀ, ਜਬ ਸਿੱਖ ਚਰਨਨ ਪਰ ਸਿਰ ਧਾਰ ਹੈ। ਹੁਣ ਨਵਾਂ ਹੀ ਮਹਾਰਾਜ ਨੇ ਸਵਾਂਗ ਆਰੰਭਿਆ। ਜਦੋਂ ਸਿੱਖ ਮਹਾਰਾਜ ਦੇ ਆ ਕੇ ਚਰਨਾਂ ਤੇ ਸਿਰ ਰੱਖਦੇ ਆ ਨਾ, ਮੱਥਾ ਟੇਕਦੇ ਆ, ਕੁਤਕਾ ਏਕ ਪੀਠ ਮਹਿ ਮਾਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਲੱਕ ਤੇ ਡੰਡਾ ਮਾਰਦੇ ਉਹਨਾਂ ਤੇ। ਜਿਹੜਾ ਮੱਥਾ ਟੇਕਣ ਆਉਂਦਾ ਇੰਝ ਹੀ ਕਰਦੇ। ਹੁਣ ਮਾਫ ਕਰਿਓ, ਥਾਪੜਾ ਮਿਲੇ ਤੇ ਮੇਰੇ ਵਰਗੇ ਸਾਰੇ ਮੱਥਾ ਟੇਕਣ, ਜਦੋਂ ਡੰਡੇ ਵੱਜਦੇ ਫਿਰ ਨਹੀਂ ਕੋਈ ਮੱਥਾ ਟੇਕਦਾ। ਹਾਂਜੀ, ਅਚਰਜ ਭਏ ਤੂਸ਼ਨੀ ਠਾਨੀ। ਸਿੱਖ ਸਾਰੇ ਹੈਰਾਨ ਨੇ ਵੀ ਇਹ ਕੀ ਖੇਡ ਮਹਾਰਾਜ ਵਰਤਾ ਰਹੇ, ਪਰ ਚੁੱਪ ਹਨ। ਹਾਂਜੀ, ਅਲਖ ਗਤੀ ਕੁਛ ਜਾਏ ਨਾ ਜਾਣੀ। ਇਹ ਮਹਾਰਾਜ ਦੀ ਅਲਖ ਗਤੀ ਹੈ, ਕੁਝ ਜਾਣੀ ਨਹੀਂ ਜਾ ਸਕਦੀ। ਸਭ ਕੇ ਇਸੀ ਪ੍ਰਕਾਰ ਪ੍ਰਹਾਰੇ। ਤੇ ਮਹਾਰਾਜ ਨੇ ਸਾਰਿਆਂ ਨੂੰ ਇੰਜ ਡੰਡੇ ਮਾਰੇ। ਹਾਂਜੀ, ਬਹੁਰੋ ਸ਼੍ਰੀ ਮੁਖ ਬਚਨ ਉਚਾਰੇ। ਫਿਰ ਮਹਾਰਾਜ ਨੇ ਨਾ ਇਸ ਤਰ੍ਹਾਂ ਬਚਨ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਦੋਹਰਾ
क्यों बैठे तुम कौन हो गमन हो निज निज ताए। ਮਹਾਰਾਜ ਕਹਿੰਦੇ ਭਾਈ ਤੁਸੀਂ ਕੌਣ ਹੋ, ਕਿਉਂ ਬੈਠੇ ਹੋ, ਜਾਓ ਆਪਣੇ ਆਪਣੇ ਘਰ ਜਾਓ, ਆਪਣੀਆਂ ਆਪਣੀਆਂ ਥਾਵਾਂ ਤੇ। ਹਾਂਜੀ, ਕਾਜ ਤੁਮਾਰੋ ਨਹਿ ਕਛੂ ਤੂਰਨ ਨਿਕਸਹੁ ਧਾਏ। ਤੁਹਾਡਾ ਇੱਥੇ ਕੋਈ ਕੰਮ ਨਹੀਂ ਹੈ। ਮਹਾਰਾਜ ਕਹਿੰਦੇ ਜਾਓ ਇੱਥੋਂ ਨਿਕਲ ਜਾਓ, ਚਲੇ ਜਾਓ। ਥੋੜਾ ਵੀਰ ਰਸ ਵਿੱਚ ਮਹਾਰਾਜ ਨੇ ਬਚਨ ਕੀਤਾ। ਚਉਪਈ ਡਰਤ ਜੋਰ ਕਰ ਸਿੱਖਨ ਭਾਖਾ। ਸਿੱਖ ਡਰਨ ਫਿਰ ਇਸ ਰੂਪ ਤੋਂ, ਤੇ ਡਰਦਿਆਂ ਡਰਦਿਆਂ ਨਾ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਦੇ ਪਿਆਰੇ ਕਹਿ ਰਹੇ ਹੈ। ਹਮ ਤੁਮਰੇ ਸਿੱਖ ਭੈ ਗਤ ਕਾਂਖਾ। ਇਹ ਮਹਾਰਾਜ ਮੁਕਤੀ ਦੇਣ ਵਾਲੇ ਸੱਚੇ ਪਾਤਸ਼ਾਹ, ਮੁਕਤੀ ਲੈਣ ਵਾਸਤੇ ਅਸੀਂ ਤੁਹਾਡੇ ਸਿੱਖ ਬਣੇ ਆ ਮਹਾਰਾਜ, ਅਸੀਂ ਤੁਹਾਡੇ ਸਿੱਖ ਹਾਂ। ਹਾਂਜੀ, ਜਬ ਹੈ ਸਿੱਖ ਕੋ ਨਾਮ ਸੋ ਲਈ। ਤੇ ਜਦੋਂ ਕੋਈ ਕੋਈ ਕਹਿੰਦਾ ਨਾ ਮਹਾਰਾਜ ਮੈਂ ਸਿੱਖ ਆ, ਹਾਂਜੀ, ਕੁਤਕਾ ਏਕ ਪੀਠ ਮਹਿ ਦੇਈ। ਮਹਾਰਾਜ ਇੱਕ ਡੰਡਾ ਹੋਰ ਮਾਰਦੇ ਉਹਨੂੰ ਜੀ, ਇੱਕ ਡੰਡਾ ਹੋਰ ਮਾਰਦੇ। ਹਾਂਜੀ, ਅਸਗਤ ਸ਼੍ਰੀ ਗੁਰ ਕੀ ਸਭ ਦੇਖਾ। ਜਦੋਂ ਮਹਾਰਾਜ ਦੀ ਇਹ ਸਥਿਤੀ ਸਾਰਿਆਂ ਨੇ ਦੇਖੀ, ਇਹ ਅਵਸਥਾ ਦੇਖੇ, ਭਾਗੇ ਮਨ ਭੈ ਭਇਓ ਵਸ਼ੇਖਾ। ਤੇ ਮਨ ਵਿੱਚ ਕਈ ਤੇ ਡਰ ਕੇ ਭੱਜ ਹੀ ਗਏ ਜੀ ਉੱਥੋਂ। ਕੌਣ ਡੰਡੇ ਖਾਵੇ। ਹਾਂਜੀ, ਈਖਦ ਹੀ ਬੈਠੇ ਰਹਿ ਗਏ। ਪਰ ਬਹੁਤੀ ਮਿਹਰ ਵਾਲੇ, ਬਹੁਤੀ ਕਿਰਪਾ ਵਾਲੇ, ਬਹੁਤੇ ਭਰੋਸੇ ਵਾਲੇ ਭਾਵੇਂ ਥੋੜੇ ਸਨ ਪਰ ਬੈਠੇ ਰਹੇ। ਉਹ ਡੰਡੇ ਵੀ ਖਾ ਰਹੇ ਪਰ ਜਾ ਨਹੀਂ ਰਹੇ। ਹਾਂਜੀ, 300 ਪੁੰਨ ਪੂਛਤ ਪ੍ਰਭ ਭਏ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਦੇ ਆ ਜਿਹੜੇ ਉੱਥੇ ਬੈਠੇ ਰਹੇ। ਹਾਂਜੀ, ਕਬ ਕੇ ਸਿੱਖ ਬਨੇ ਹੋ ਮੇਰੇ। ਮਹਾਰਾਜ ਕਹਿੰਦੇ ਭਾਈ ਤੁਸੀਂ ਕਦੋਂ ਕਦੇ ਮੇਰੇ ਸਿੱਖ ਬਣੇ ਹੋ। ਦੇਹੋ ਬਤਾਏ ਨਾ ਲਾਵਹੁ ਦੇਰੇ। ਛੇਤੀ ਦੱਸੋ ਸਾਨੂੰ, ਦੇਰ ਨਾ ਲਾਓ। ਸੁਨ ਕੈ ਸਿੱਖਨ ਬੈਨ ਅਲਾਏ। ਤੇ ਸੁਣ ਕੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹੈ ਤਬ ਕੇ ਜਬ ਆਪ ਬਨਾਏ। ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਧਾਰਨ ਜੀ ਜੈਸੇ, ਭਾਈ ਜੋਧ ਜੀ ਜੈਸੇ, ਔਰ ਸ੍ਰੀ ਲਹਿਣਾ ਜੀ ਜੈਸੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਉਦੋਂ ਦੇ ਸਿੱਖ ਆ ਜਦੋਂ ਦੇ ਤੁਸੀਂ ਸਾਨੂੰ ਸਿੱਖ ਬਣਾਇਆ ਮਹਾਰਾਜ, ਅਸੀਂ ਤੇ ਉਦੋਂ ਦੇ ਸਿੱਖ ਹਾਂ। ਹਾਂਜੀ, ਰਾਵਰ ਕੋ ਪਰਵਾਹ ਨਾ ਕੋਈ ਸਰਨ ਭਰੇ ਹਮ ਚਾਹੇ ਦੁਖ ਕੋਈ। ਮਹਾਰਾਜ ਆਪ ਜੀ ਬੇਪਰਵਾਹ ਹੋ, ਬੇਪਰਵਾਹ। ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਪਏ ਆ, ਆਪਣੇ ਦੁੱਖ ਦੂਰ ਕਰਾਉਣਾ ਚਾਹੁੰਦੇ ਆ। ਹਾਂਜੀ, ਕਹਤੇ ਕੰਪੈ ਬਚਨ ਨਾ ਆਵੈ। ਹੁਣ ਸਿੱਖ ਬਚਨ ਵੀ ਕਰਦੇ, ਕੰਬੀ ਵੀ ਜਾ ਰਹੇ, ਡਰਦੇ ਬਚਨ ਕਰ ਰਹੇ ਆ ਪਰ ਕੰਬ ਰਹੇ ਆ, ਬਹੁਤੀ ਗੱਲ ਨਹੀਂ ਆਉਂਦੀ। ਤੇਜ ਦਿਪਤ ਸੋ ਸਹਿਓ ਨਾ ਜਾਵੈ। ਜਿਹੜਾ ਮਹਾਰਾਜ ਜੀ ਦੇ ਮੁਖ ਚੋਂ ਪ੍ਰਕਾਸ਼ ਨਿਕਲ ਰਿਹਾ ਨਾ, ਉਹ ਸਹਿਆ ਨਹੀਂ ਜਾ ਰਿਹਾ। ਹਾਂਜੀ, ਸੁਨਹਿ ਪ੍ਰਭੂ ਪੁੰਨ ਕੁਤਕਾ ਮਾਰੈ। ਜਦੋਂ ਮਹਾਰਾਜ ਨੂੰ ਇਸ ਤਰੀਕੇ ਨਾਲ ਆਖਿਆ ਵੀ ਉਦੋਂ ਦੇ ਸਿੱਖ ਆ ਜਦੋਂ ਦੇ ਤੁਸੀਂ ਸਾਨੂੰ ਬਣਾਇਆ, ਇਹ ਸੁਣ ਕੇ ਮਹਾਰਾਜ ਨੇ ਫਿਰ ਡਾਂਗ ਮਾਰੀ। ਹਾਂਜੀ, ਭਾਗੇ ਸਿੱਖ ਨਾ ਧੀਰ ਵਾਹ ਸੰਭਾਲੈ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਵੇਖੋ ਭਾਗਾਂ ਵਾਲੇ ਸਿੱਖ ਫਿਰ ਵੀ ਨਹੀਂ ਭੱਜਦੇ, ਡਾਂਗਾਂ ਖਾ ਰਹੇ ਐ ਪਰ ਮਹਾਰਾਜ ਨੂੰ ਛੱਡ ਕੇ ਨਹੀਂ ਜਾਂਦੇ। ਧੰਨ ਨੇ ਹਨ, ਧੰਨ ਹਨ ਸਤਿਗੁਰੂ, ਤੇ ਧੰਨ ਹਨ ਸਤਿਗੁਰੂ ਜੀ ਦੇ ਪਿਆਰੇ ਸਿੱਖ। ਹਾਂਜੀ, ਕੁਤਕਾ ਲੱਗੈ ਹੋਏ ਤਨ ਪੀਰ। ਮਹਾਰਾਜ ਕਿਹੜਾ ਪ੍ਰੇਮ ਨਾਲ ਹੌਲੀ ਜੀ ਮਾਰਦੇ ਆ, ਜ਼ੋਰ ਦੀ ਮਾਰਦੇ, ਪ੍ਰੀਖਿਆ ਹੋ ਰਹੀ, ਤਨ ਨੂੰ ਪੀੜ ਵੀ ਹੁੰਦੀ ਹੈ। ਹਾਂਜੀ, ਢਿਗ ਤੇ ਭਾਗੈ ਹੋਏ ਅਧੀਰ। ਪਰ ਟਿਕ ਤੇ ਭਾਗੇ ਨਾ ਹੋਏ ਅਧੀਰ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਢਿਗ ਤੇ ਭਾਗੈ ਹੋਏ ਅਧੀਰ। ਲਾਗੋਂ ਕਈ ਅਧੀਰ ਹੋ ਕੇ ਚਲੇ ਗਏ, ਕਈ ਫਿਰ ਬੈਠੇ ਰਹੇ। ਹਾਂਜੀ, ਥੋੜੇ ਹੀ ਬੈਠੇ ਜਬ ਰਹੇ। ਥੋੜਿਆਂ ਵਿੱਚੋਂ ਵੀ ਕਈ ਚਲੇ ਗਏ ਤੇ ਉਹਨਾਂ ਵਿੱਚੋਂ ਵੀ ਥੋੜੇ ਰਹਿ ਗਏ ਜੀ। ਹਾਂਜੀ, ਤਿੰਨ ਪ੍ਰਿਤ ਸ੍ਰੀ ਗੁਰੂ ਅਸ ਬਚ ਕਹੇ। ਫਿਰ ਉਹਨਾਂ ਨੂੰ ਮਹਾਰਾਜ ਨੇ ਇਸ ਤਰੀਕੇ ਦਾ ਬਚਨ ਕੀਤਾ, ਜੇ ਤੁਮ ਸਿੱਖ ਬਨੇ ਹੋ ਮੇਰੇ। ਉਹ ਭਾਈ ਸਿੱਖੋ, ਜੇ ਤੁਸੀਂ ਮੇਰੇ ਸਿੱਖ ਹੋ, ਆਇਸ ਮਨ ਹੋ ਕਰੋ ਨਾ ਦੇਰੇ। ਫਿਰ ਜੋ ਮੈਂ ਕਹਿ ਰਿਹਾ ਉਹ ਮੰਨੋ, ਦੇਰ ਨਾ ਲਾਓ। ਉਠ ਆਵਹੁ ਸਭ ਮੋਰ ਪਛੇਰੇ। ਮੇਰੇ ਪਿੱਛੇ ਉੱਠ ਕੇ ਆਓ ਸਾਰੇ, ਮੇਰੇ ਪਿੱਛੇ ਚੱਲੋ ਸਾਰੇ।
ਹਾਂਜੀ। ਕਹਿ ਇਉ ਗਮਨੇ ਗੁਰੂ ਅਗੇਰੇ। ਤੇ ਇਹ ਕਹਿ ਕੇ ਸਿੱਖ ਪਿੱਛੇ ਪਿੱਛੇ ਤੁਰ ਪਏ। ਆਪ ਮਾਲਕ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅੱਗੇ ਤੁਰ ਪਏ। ਕੀਤਕ ਰਹੇ ਸਿੱਖ ਤਿਹ ਥਾਈ। ਥੋੜੇ ਜਿਹੇ ਸਿੱਖ ਰਹਿ ਗਏ ਸਨ। ਹਾਂਜੀ। ਚੱਕਿਤ ਜਤਕ ਸੋ ਪਿਛੈ ਜਾਹੀ। ਪਰ ਝੱਕ ਝੱਕ ਕੇ ਪਿੱਛੇ ਪਿੱਛੇ ਜਾ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ। ਸੋ ਮਹਾਰਾਜ ਹੁਣ ਕੀ ਕਰਦੇ ਆ ਸੰਗਤ ਜੀ, ਇਹ ਤੇ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਬਸ ਇਹੋ ਹੀ ਬੇਨਤੀ ਹੈ, ਜਿਵੇਂ ਭਾਈ ਲਹਿਣਾ ਜੀ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਸਿੱਖ ਬਣ ਕੇ ਸਾਨੂੰ ਸਿੱਖਿਆ ਦਿੱਤੀ, ਸਿੱਖ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ। ਕਦੀ ਭਰਮ 'ਚ ਨਹੀਂ ਪੈਣਾ, ਭਰਮ 'ਚ ਨਹੀਂ ਪੈਣਾ, ਭਾਵਨਾ ਰੱਖਣੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਮਨੁੱਖ ਨਹੀਂ ਹਨ। ਇਹੋ ਹੀ ਭੁਲੇਖਾ ਪੈ ਜਾਂਦਾ। ਸੱਚੇ ਪਾਤਸ਼ਾਹ ਪੂਰੇ ਹਨ, ਇਹ ਵੱਡੀ ਭਾਵਨਾ ਰੱਖਣੀ ਹੈ। ਆਓ ਪਿਆਰ ਨਾਲ ਪੰਕਤੀ ਪੜ੍ਹੀਏ, ਫਿਰ ਆਪਾਂ ਦਾਸ ਸਾਹਿਬ ਜੀ ਤੋਂ ਖਿਮਾ ਮੰਗੇਗਾ। ਸਤਿਗੁਰ ਮੇਰਾ ਪੂਰਾ, 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 ਸਤਿਗੁਰ ਮੇਰਾ ਪੂਰਾ। ਮਹਾਰਾਜ ਕਿਰਪਾ ਕਰਨ। ਜਿਵੇਂ ਸਾਧ ਸੰਗਤ ਜੀ ਸਾਲਸਰਾਏ ਜੌਹਰੀ ਉੱਚੀ ਉੱਚੀ ਗਾਉਂਦਾ ਸੀ, ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ। ਮਹਾਰਾਜ ਗੁਰੂ ਨਾਨਕ ਸਾਹਿਬ ਪੂਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਿਆ ਕਰੀਏ, ਡੋਲਿਆ ਨਾ ਕਰੀਏ। ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।